ਕਈ ਮਹੀਨੇ ਪਹਿਲਾਂ ਚਕਰਾਤਾ ਨਾਮ ਦਾ ਇਲਾਕਾ ਆ, ਜਿੱਥੇ ਜੰਗਲੀ ਇਲਾਕਾ ਆ, ਉੱਥੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਭਾਰਤੀ ਫੌਜ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਰਹੀ ਵੀ ਦਰਬਾਰ ਸਾਹਿਬ ਦੇ ਅੰਦਰ ਕਿੱਦਾਂ ਵੜਨਾ, ਕਿੱਦਾਂ ਗੋਲੀਬਾਰੀ ਕਰਨੀ। ਅਪ੍ਰੈਲ 1984 ਦੇ ਵਿੱਚ ਮੋਗੇ ਦੇ ਵਿੱਚ 3 ਗੁਰਦੁਆਰਿਆਂ ਦੇ ਉੱਪਰ ਆਰਮੀ ਨੇ ਘੇਰਾ ਪਾ ਕੇ ਤੇ ਗੋਲਾਬਾਰੀ ਕੀਤੀ। ਠੀਕ ਹੈ। ਤੇ ਜਿਹਦੇ ਵਿੱਚ 8 ਸਿੰਘ ਸ਼ਹੀਦ ਕੀਤੇ ਗਏ। ਤੇ ਉਹਦਾ ਕਾਰਨ ਇਹ ਸੀਗਾ ਵੀ ਆਰਮੀ ਚਾਹੁੰਦੀ ਸੀ ਵੀ ਅਸੀਂ ਸਿੰਘਾਂ ਨੂੰ ਟੈਸਟ ਕਰਨਾ ਵੀ ਜਦੋਂ ਇਹ ਕੰਮ ਕੀਤਾ ਜਾਂਦਾ ਤੇ ਸਿੰਘਾਂ ਦਾ ਰਿਐਕਸ਼ਨ ਕੀ ਆਉਂਦਾ। ਤੇ ਜੂਨ ਤੋਂ ਪਹਿਲਾਂ ਹੀ ਜਿਹੜਾ ਆ ਮਈ ਦੇ ਮਹੀਨੇ ਦੇ ਵਿੱਚ ਹੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੱਡੀਆਂ ਬਿਲਡਿੰਗਾਂ ਦੇ ਉੱਪਰ ਇਹਨਾਂ ਦੇ ਮੋਰਚੇ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਜਿਨ੍ਹਾਂ ਨੂੰ ਲੰਗਰ ਹਾਲ ਤੋਂ ਜਾਂ ਸੰਗਤਾਂ ਆਮ ਦੇਖਦੀਆਂ ਸੀ। ਇੱਕੋ ਇਲਜ਼ਾਮ ਲਾਇਆ ਜਾਂਦਾ ਵੀ ਤੁਸੀਂ ਦਰਬਾਰ ਸਾਹਿਬ 'ਚ ਹਥਿਆਰ ਲੈ ਕੇ ਵੜੇ ਕਿਉਂ ਸੀ। ਸੰਤਾਂ ਦੇ ਉੱਤੇ ਇਹ ਬਲੇਮ ਲਾ ਦਿੱਤਾ ਜਾਂਦਾ ਵੀ ਤੁਸੀਂ ਕਿਉਂ ਵੜੇ ਸੀ, ਜਦ ਕਿ ਉਹ ਭਗਤੀ ਦਾ ਸਥਾਨ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੁਸ਼ੋਭਤ ਹੈ, ਕੀਰਤਨ ਚੱਲਦਾ ਹਰ ਵੇਲੇ। ਕਹਿੰਦੇ ਤੁਸੀਂ ਮਰਿਆਦਾ ਭੰਗ ਕੀਤੀ ਸੀ, ਤੁਸੀਂ ਹਥਿਆਰ ਲੈ ਕੇ ਗਏ ਸੀ। ਤੇ ਸੰਤ ਕਹਿੰਦੇ ਭਾਈ ਹੁਣ ਸਮਾਂ ਆ ਗਿਆ, ਹੁਣ ਸਰਕਾਰ ਨੇ ਕਿਸੇ ਵੀ ਵੇਲੇ ਹੱਲਾ ਕਰ ਦੇਣਾ ਤੇ ਇਸ ਕਰਕੇ ਤੁਸੀਂ ਤਿਆਰੀ ਕਰ ਲਓ। ਤੇ ਜੇਕਰ ਕੋਈ ਸਿੰਘ ਘਰ ਨੂੰ ਜਾਣਾ ਚਾਹੁੰਦਾ ਤੇ ਉਹ ਬੜੀ ਖੁਸ਼ੀ ਨਾਲ ਜਾ ਸਕਦਾ। ਤੇ ਮਹਾਂਪੁਰਖ ਕਹਿੰਦੇ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ, ਤੁਸੀਂ ਮੇਰੀ ਗੱਲ ਮੰਨਦੇ ਰਹੇ ਆ, ਮੇਰੇ ਨਾਲ ਤੁਰੇ ਆ, ਪਰ ਅੱਜ ਸਮਾਂ ਹੈ ਜੇ ਤੁਸੀਂ ਮੁੜਨਾ ਚਾਹੁੰਦੇ ਆ ਤੇ ਮੈਂ ਤੁਹਾਨੂੰ ਆਪ ਗੱਲ ਨਾਲ ਲਾ ਕੇ ਤੇ ਤੋਰਾਂਗਾ। ਕਿ ਸੰਤਾਂ ਨੇ ਸਰੋਪੇ ਖਾਸ ਕਰਕੇ ਮੰਗਾ ਕੇ ਰੱਖੇ। ਕਹਿੰਦੇ ਭਾਈ ਜਿਹੜਾ ਜਾਣਾ ਚਾਹੁੰਦਾ ਅਸੀਂ ਸਰੋਪਾ ਵੀ ਦੇਵਾਂਗੇ ਤੇ ਤੁਹਾਡਾ ਧੰਨਵਾਦ ਸੇਵਾ। ਮੁੜਿਆ ਕੋਈ ਫਿਰ ਉਹਨਾਂ 'ਚ? ਨਹੀਂ ਭਾਈ ਦਲਜੀਤ ਸਿੰਘ ਜੀ, ਕੋਈ ਸਿੰਘ ਨਹੀਂ ਉੱਠਿਆ। ਤੇ ਸੰਤਾਂ ਨੇ ਭਾਈ ਅਮਰੀਕ ਸਿੰਘ ਜੀ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਆ, ਉਹਨਾਂ ਨੂੰ ਇਹ ਗੱਲ ਕਹੀ। ਕਹਿੰਦੇ ਭਾਈ ਸਾਹਿਬ ਤੁਸੀਂ ਜਾ ਸਕਦੇ ਆ, ਆਪਣੀ ਸਿੰਘਣੀ ਨੂੰ ਲੈ ਜਾਓ ਨਾਲ, ਤੇ ਆਉਣ ਵਾਲੇ ਸਮੇਂ 'ਚ ਕੌਮ ਦੀ ਅਗਵਾਈ ਵਾਸਤੇ ਤੁਹਾਡੇ ਵਰਗੇ ਸਿੰਘਾਂ ਦੀ ਲੋੜ ਆ। ਤੁਸੀਂ ਸ਼ਹੀਦ ਨਹੀਂ ਲੈਣੀ, ਤੁਸੀਂ ਬਾਹਰ ਚਲੇ ਜਾਓ। ਤੇ ਭਾਈ ਅਮਰੀਕ ਸਿੰਘ ਜੀ ਨੇ ਚਰਨ ਫੜ ਲਏ। ਕਹਿੰਦੇ ਮਹਾਂਪੁਰਖੋ ਵੀ ਹੁਣ ਸ਼ਹਾਦਤ ਦਾ ਸਮਾਂ ਆਇਆ ਤੇ ਤੁਸੀਂ ਧੱਕੇ ਮਾਰਨ ਲੱਗ ਪਏ। ਤੇ ਮਹਾਂਪੁਰਖ ਕਹਿੰਦੇ ਭਾਈ ਧੱਕੇ ਨਹੀਂ ਮਾਰ ਰਹੇ, ਅਸੀਂ ਤੁਹਾਨੂੰ ਕਹਿ ਰਹੇ ਵੀ ਕੌਮ ਨੂੰ ਲੋੜ ਆ। ਤੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਹੀ ਤੁਰੇ ਸੀ, ਤੁਹਾਡੇ ਨਾਲ ਹੀ ਖੜੇ ਆ ਤੇ ਤੁਹਾਡੇ ਨਾਲ ਹੀ ਜਾਵਾਂਗੇ, ਅਸੀਂ ਬਾਹਰ ਨਹੀਂ ਜਾਵਾਂਗੇ। ਅੰਗਰੇਜ਼ੀ ਅਖਬਾਰ ਦੇ ਐਡੀਟਰ ਦਾ ਮੈਨੂੰ ਨਾਂ ਭੁੱਲ ਗਿਆ, ਉਹਨੇ ਉਸ ਰਿਪੋਰਟ 'ਚ ਲਿਖਿਆ ਵੀ ਉਸ ਦਿਨ 32 ਗੋਲੀਆਂ ਦਰਬਾਰ ਸਾਹਿਬ ਦੇ ਗੁੰਬਦ 'ਚ ਵੱਜੀਆਂ। ਸੋਨੇ ਦੇ ਵਿੱਚ ਦੀ, ਜਿਨ੍ਹਾਂ ਦੇ ਵਿੱਚ ਦੀ ਸਰਾਖਾਂ 'ਚ ਧੁੱਪ ਆਉਂਦੀ ਅੰਦਰ ਦੀਦੀ ਸੀ। ਤੇ ਸਿੰਘਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਹੜੇ ਨੌਕਰੀ ਭਾਵੇਂ ਸਰਕਾਰ ਦੀ ਕਰਦੇ ਸੀ ਪਰ ਦਰਦ ਰੱਖਦੇ। ਬਿਲਕੁਲ ਕੌਮ ਦਾ। ਤੇ ਉਹ ਗੱਲ ਦੱਸਦੇ ਵੀ ਸੀ ਵੀ ਸੰਤ ਜੀ ਆਹ ਕੰਮ ਹੋਣ ਲੱਗਾ, ਵੀ ਆਹ ਕੰਮ ਹੋ ਚੱਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਹ ਦਿਨ ਉਹ ਚੱਲ ਰਹੇ ਨੇ ਜਦੋਂ ਅੱਜ ਤੋਂ 38 ਵਰ੍ਹੇ ਪਹਿਲਾਂ ਇੱਕ ਐਸਾ ਸਾਕਾ ਵਾਪਰਿਆ ਪੰਜਾਬ ਦੀ ਧਰਤੀ ਤੇ, ਜਿਸ ਨੇ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜਿਵੇਂ ਜਿਵੇਂ ਸਾਲ ਲੰਘਦੇ ਜਾ ਰਹੇ ਨੇ, ਇਹ ਯਾਦਾਂ ਜਿਹੜੀਆਂ ਨੇ ਤਾਜ਼ੀਆਂ ਹੁੰਦੀਆਂ ਜਾ ਰਹੀਆਂ, ਘਟਦੀਆਂ ਨਹੀਂ। ਸਰਕਾਰਾਂ ਵੱਲੋਂ ਚਾਹੇ ਬਹੁਤ ਵਾਰ ਇਹ ਕਿਹਾ ਗਿਆ ਕਿ ਹੌਲੀ ਹੌਲੀ ਜ਼ਖਮ ਭਰ ਜਾਂਦੇ ਨੇ। ਪੰਜਾਬ ਦੇ ਕਈ ਅਖੌਤੀ ਲੀਡਰ ਵੀ ਇਹ ਗੱਲਾਂ ਕਹਿੰਦੇ ਰਹੇ ਆ ਕਿ ਇਹ ਚੀਜ਼ਾਂ ਪੁਰਾਣੀਆਂ ਹੋ ਗਈਆਂ, ਹੁਣ ਭੁੱਲ ਜਾਓ। ਪਰ ਜਿਵੇਂ ਜਿਵੇਂ ਦਿਨ ਵਾਪਰੀ ਜਾ ਰਹੇ ਨੇ, ਮਹੀਨੇ ਲੰਘ ਰਹੇ ਨੇ, ਸਾਲ ਲੰਘ ਰਹੇ ਆ, ਇਹ ਯਾਦਾਂ ਤਾਜ਼ੀਆਂ ਹੁੰਦੀਆਂ ਜਾ ਰਹੀਆਂ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜਿੰਨੇ ਵੀ ਸਾਥੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜੂਝਦਿਆਂ ਹੋਇਆਂ ਸ਼ਹੀਦ ਹੋਏ, ਕੌਮ ਨੇ ਉਹਨਾਂ ਨੂੰ ਮਹਾਨ ਸਿੱਖ ਹੋਣ ਦਾ ਜਿਹੜਾ ਹੈਗਾ ਉਹ ਇੱਕ ਅਹੁਦਾ ਜਿਹੜਾ ਬਖਸ਼ਿਆ। ਉਹਨਾਂ ਦੀਆਂ ਤਸਵੀਰਾਂ ਅੱਜ ਵਰਲਡ ਵਾਈਡ ਦੇਖਣ ਨੂੰ ਮਿਲਦੀਆਂ ਨੇ। ਸੋ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪ੍ਰੋਗਰਾਮ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਦੇਖੋਗੇ, ਜਿਸ ਦੀ ਕਿ ਲੜੀ ਦੀ ਸ਼ੁਰੂਆਤ ਅੱਜ ਆਪਾਂ ਕਰਾਂਗੇ। ਸਾਡੇ ਨਾਲ ਕੌਮ ਦੇ ਬਹੁਤ ਹੀ ਮਹਾਨ ਪ੍ਰਚਾਰਕ ਬਾਬਾ ਬਘੇਲ ਸਿੰਘ ਜੀ, ਜੋ ਯੂਕੇ ਦੇ ਵਿੱਚ ਅਤੇ ਯੂਰਪ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਵੱਖ-ਵੱਖ ਗੁਰਦੁਆਰਾ ਸਾਹਿਬਾਨ, ਉਸ ਤੋਂ ਬਾਅਦ ਟੀਵੀ ਚੈਨਲਸ ਜਾਂ ਸਾਡੇ ਚੈਨਲ ਦੇ ਜ਼ਰੀਏ ਵੀ ਤੁਸੀਂ ਉਹਨਾਂ ਨੂੰ ਅਕਸਰ ਦੇਖਿਆ ਹੋਣਾ। ਕਈ ਵਿਵਾਦਿਤ ਮੁੱਦੇ ਵੀ ਹੁੰਦੇ ਨੇ, ਉਹਨਾਂ ਦੇ ਉੱਤੇ ਵੀ ਬੜੀ ਬਖੂਬੀ ਉਹ ਐਕਸਪਲੇਨੇਸ਼ਨ ਜਿਹੜੀ ਆ ਕਰਦੇ ਨੇ। ਅੱਜ ਸਾਡੇ ਨਾਲ ਜੁੜੇ ਹੋਏ ਨੇ। ਲੜੀ ਦੀ ਸ਼ੁਰੂਆਤ ਕਰੀਏ ਜਿਸ ਦੀ ਆਪਾਂ ਸਮਾਗਮ ਦੀ ਗੱਲ ਕਰਕੇ ਹਟੇ ਆ। ਇਹ ਸਮਾਗਮ ਅੱਜ ਕਿਉਂ ਉਲੀਕਣੇ ਪੈ ਰਹੇ ਨੇ, ਇਹਦਾ ਪਿਛੋਕੜ ਕੀ ਹੈ, 1 ਜੂਨ ਨੂੰ ਫੌਜ ਕਿਉਂ ਚੜ ਕੇ ਆਈ ਹੈ, ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਕਿਉਂ ਐਡਾ ਵੱਡਾ ਸਟੈਂਡ ਜਿਹੜਾ ਹੈ ਉਹ ਲੈਣਾ ਪਿਆ, ਸ਼ਹੀਦੀਆਂ ਦੇਣੀਆਂ ਪਈਆਂ, ਇਹਦੀ ਬੈਕਗ੍ਰਾਉਂਡ ਕੀ ਹੈ। ਆਪਾਂ ਜੇਕਰ ਸ਼ੁਰੂਆਤ ਕਰਨੀ ਹੋਵੇ ਤਾਂ ਕਿਵੇਂ ਦੇਖਦੇ ਹੋ, ਸਾਕਾ ਕਿਵੇਂ ਵਾਪਰਿਆ ਇਹ?
ਇਹ ਬਿਲਕੁਲ ਭਾਈ ਦਲਜੀਤ ਸਿੰਘ ਜੀ, ਮੈਂ ਤੁਹਾਨੂੰ ਬੇਨਤੀ ਵੀ ਕਰਾਂਗਾ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਰੇ ਡਿਟੇਲ ਪ੍ਰੋਗਰਾਮ ਤੁਹਾਡੀ ਇੱਛਾ ਹੋਊਗੀ ਤੇ ਆਪਾਂ ਕਰੀਏ ਜ਼ਰੂਰ ਜ਼ਰੂਰ। ਤੇ ਕਿਉਂਕਿ ਅੱਜ ਆਪਾਂ ਜੂਨ 84 ਦੀ ਗੱਲ ਕਰ ਰਹੇ ਹਾਂ ਤੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕਰ ਰਹੇ ਹਾਂ, ਸੋ ਮੈਂ 1 ਜੂਨ ਤੋਂ ਹੀ ਗੱਲ ਸ਼ੁਰੂ ਕਰਾਂਗਾ। ਜੀ ਜੀ ਜੀ। ਪਰ 1 ਜੂਨ ਤੋਂ ਪਿਛਲਾ ਜਿਹੜਾ ਕਾਰਜਕ੍ਰਮ ਆ, ਜਿਹੜਾ ਪਿਛਲਾ ਇਤਿਹਾਸ ਆ, ਕਿਉਂਕਿ ਭਾਈ ਦਲਜੀਤ ਸਿੰਘ ਜੀ ਕਿਸੇ ਵੀ ਘਟਨਾ ਨੂੰ ਨਾ ਵਰਤਣ ਲਈ 3 ਚੀਜ਼ਾਂ ਜ਼ਰੂਰੀ ਹੁੰਦੀਆਂ: ਸਮਾਂ, ਸਥਾਨ ਤੇ ਕਾਰਨ। ਜੀ। ਸਹੀ ਸਮਾਂ, ਉਸ ਘਟਨਾ ਦੇ ਵਾਸਤੇ ਕਾਰਨ ਕੀ ਆ, ਤੇ ਉਹਦੇ ਵਾਸਤੇ ਜਿਹੜਾ ਸਥਾਨ ਕੀ ਆ। ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਫੇਰ ਕੰਮ ਹੁੰਦਾ, ਉਦੋਂ ਪਹਿਲਾਂ ਨਹੀਂ ਹੁੰਦਾ, ਕਿਉਂਕਿ ਵਿਉਂਤਬੰਦੀ ਬਣਦੀ ਰਹਿੰਦੀ, ਕਈ ਕੁਝ ਹੁੰਦਾ ਰਹਿੰਦਾ। ਜਦੋਂ ਇਹ ਤਿੰਨੇ ਚੀਜ਼ਾਂ ਕਨਫਰਮ ਹੋ ਜਾਂਦੀਆਂ ਫੇਰ ਘਟਨਾ ਵਾਪਰਦੀ। ਤੇ ਉਹ 1 ਜੂਨ ਤੋਂ ਪਹਿਲਾਂ ਦਾ ਜਿਹੜਾ ਇਹ ਸਮਾਂ, ਸਥਾਨ ਤੇ ਕਾਰਨ ਆ, ਉਹ ਆਪਾਂ ਅਗਲੀਆਂ ਕਿਸ਼ਤਾਂ 'ਚ ਜ਼ਰੂਰ ਸਾਂਝਾ ਕਰਾਂਗੇ। ਬਿਲਕੁਲ 47 ਤੋਂ ਲੈ ਕੇ ਗੱਲ ਕਰ ਲਈਏ, ਉੱਥੋਂ ਸ਼ੁਰੂ ਕਰਨੀ ਪੈਣੀ ਜੀ। ਤੇ 1 ਜੂਨ ਦੀ ਜੇਕਰ ਆਪਾਂ ਗੱਲ ਕਰੀਏ ਭਾਈ ਦਲਜੀਤ ਸਿੰਘ ਜੀ, ਇਹ ਸਮਾਂ ਜਿਹੜਾ ਨਾ 1 ਜੂਨ ਨੂੰ ਜਿੱਦਣ ਫੌਜ ਨੇ ਆ ਕੇ ਦਰਬਾਰ ਸਾਹਿਬ ਨੂੰ ਘੇਰਿਆ, ਉਦੋਂ ਪਹਿਲਾਂ ਦੀਆਂ ਬੇਅੰਤਬੰਦੀਆਂ ਚੱਲ ਪਈਆਂ ਸੀ। ਕਈ ਮਹੀਨੇ ਪਹਿਲਾਂ ਚਕਰਾਤਾ ਨਾਮ ਦਾ ਇਲਾਕਾ ਆ, ਜਿੱਥੇ ਜੰਗਲੀ ਇਲਾਕਾ ਆ, ਉੱਥੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਭਾਰਤੀ ਫੌਜ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਰਹੀ ਵੀ ਦਰਬਾਰ ਸਾਹਿਬ ਦੇ ਅੰਦਰ ਕਿੱਦਾਂ ਵੜਨਾ, ਕਿੱਦਾਂ ਗੋਲੀਬਾਰੀ ਕਰਨੀ ਹੈ। ਇਹ ਜੂਨ ਤੋਂ ਬਹੁਤ ਪਹਿਲਾਂ ਦੀਆਂ ਗੱਲਾਂ। ਤੇ ਉਦੋਂ ਪਹਿਲਾਂ ਦੀ ਜੇ ਮੈਂ ਗੱਲ ਕਰਾਂ, ਹਮਲੇ ਤੋਂ 10 ਦਿਨ ਪਹਿਲਾਂ ਤਕਰੀਬਨ ਗਿਆਨੀ ਜੈਲ ਸਿੰਘ ਨੂੰ ਇੰਦਰਾ ਗਾਂਧੀ ਆਪਣੇ ਕੋਲ ਸੱਦਦੀ ਆ ਤੇ ਉਹਨਾਂ ਨਾਲ ਗੱਲ ਕਰਦੀ ਆ ਵੀ ਮੈਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਚਾਹੁੰਦੀ ਆ, ਭਿੰਡਰਾਂ ਵਾਲੇ ਨੂੰ ਖਤਮ ਕਰਨਾ, ਤੇ ਤੁਸੀਂ ਦੱਸੋ। ਤੇ ਗਿਆਨੀ ਜੈਲ ਸਿੰਘ ਉਸ ਵਕਤ ਕਹਿੰਦੇ ਆ ਵੀ ਦਰਬਾਰ ਸਾਹਿਬ ਤੇ ਹਮਲਾ ਕਰਨਾ ਵਾਜਬ ਨਹੀਂ, ਇਹ ਆਪਣੇ ਵਾਸਤੇ ਘਾਟੇ ਦਾ ਸੌਦਾ ਹੁੰਦਾ। ਪਰ ਉਹਨਾਂ ਦੀ ਗੱਲ ਮੰਨੀ ਨਹੀਂ ਜਾਂਦੀ। ਤੇ ਉਹਦੇ ਤੋਂ ਵੀ ਪਹਿਲਾਂ ਜੇ ਆਪਾਂ ਗੱਲ ਕਰੀਏ, ਕੁਲਦੀਪ ਬਰਾੜ ਵਰਗੇ ਤੇ ਜਨਰਲ ਸੁੰਦਰ ਜੀ ਵਰਗੇ ਜਿਹੜੇ ਆ, ਇਹਨਾਂ ਸਾਰੇ ਜਰਨਲਾਂ ਦੇ ਨਾਲ ਆਲਰੇਡੀ ਗੱਲ ਹੋ ਚੁੱਕੀ ਸੀ। ਤੇ ਇੱਥੇ ਤੁਸੀਂ ਹੈਰਾਨ ਹੋਵੋਗੇ ਵੀ ਮਈ 25 ਤੇ 26 ਨੂੰ ਜਨਰਲ ਸੁੰਦਰ ਜੀ ਨੂੰ ਦਿੱਲੀ ਸੱਦਿਆ ਜਾਂਦਾ ਤੇ ਦਿੱਲੀ ਸੱਦ ਕੇ ਫੌਜ ਦੀ ਕਮਾਂਡ ਕਰਕੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕਹੀ ਜਾਂਦੀ ਹੈ। ਤੇ ਇਹ ਜਿਹੜਾ ਜੂਨ ਤੋਂ ਪਹਿਲਾਂ ਦੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ, ਤੇ ਉਸ ਤੋਂ ਵੀ ਪਹਿਲਾਂ ਜੇ ਆਪਾਂ ਜ਼ਿਕਰ ਕਰਦੇ ਹਾਂ ਤੇ ਭਾਰਤੀ ਫੌਜ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ, ਜੂਨ 1984 ਦੀ ਆਪਾਂ ਗੱਲ ਕਰਦੇ ਹਾਂ, ਅਪ੍ਰੈਲ 1984 ਦੇ ਵਿੱਚ ਮੋਗੇ ਦੇ ਵਿੱਚ 3 ਗੁਰਦੁਆਰਿਆਂ ਦੇ ਉੱਪਰ ਆਰਮੀ ਨੇ ਘੇਰਾ ਪਾ ਕੇ ਤੇ ਗੋਲਾਬਾਰੀ ਕੀਤੀ। ਠੀਕ ਹੈ। ਤੇ ਜਿਹਦੇ ਵਿੱਚ 8 ਸਿੰਘ ਸ਼ਹੀਦ ਕੀਤੇ ਗਏ। ਤੇ ਉਹਦਾ ਕਾਰਨ ਇਹ ਸੀਗਾ ਵੀ ਆਰਮੀ ਚਾਹੁੰਦੀ ਸੀ ਵੀ ਅਸੀਂ ਸਿੰਘਾਂ ਨੂੰ ਟੈਸਟ ਕਰਨਾ ਵੀ ਜਦੋਂ ਇਹ ਕੰਮ ਕੀਤਾ ਜਾਂਦਾ ਤੇ ਸਿੰਘਾਂ ਦਾ ਰਿਐਕਸ਼ਨ ਕੀ ਆਉਂਦਾ। ਵੀ ਜਦੋਂ ਅਸੀਂ ਆਮ ਗੁਰਦੁਆਰਿਆਂ ਤੇ ਹੱਲਾ ਕਰਦੇ ਆ ਜਾਂ ਆਮ ਗੁਰਦੁਆਰਿਆਂ 'ਚ ਸੰਤ ਜਰਨੈਲ ਸਿੰਘ ਜੀ ਦੇ ਸਪੋਰਟਰਾਂ ਨੂੰ ਮਾਰਨ ਦੀ ਅਸੀਂ ਗੱਲ ਕਰਦੇ ਆ, ਤੇ ਸੰਤਾਂ ਦਾ ਰਿਐਕਸ਼ਨ ਕੀ ਆਉਂਦਾ ਤੇ ਸੰਗਤ ਦਾ ਰਿਐਕਸ਼ਨ ਕੀ ਆਉਂਦਾ, ਉਹਦੇ ਤੋਂ ਬਾਅਦ ਫਿਰ ਅਗਲਾ ਕੰਮ ਉਹ ਕੀਤਾ ਜਾਣਾ। ਸੋ ਇਹ ਜਿਹੜੀ ਕਈ ਵਾਰ ਆਪਾਂ ਨੂੰ ਭੁਲੇਖਾ ਪੈਂਦਾ ਵੀ ਸ਼ਾਇਦ ਅਚਨਚੇਤ ਹੋ ਗਿਆ ਕੰਮ, ਜਾਂ ਫੌਜ ਦੇ ਕੋਲ ਕੋਈ ਚਾਰਾ ਹੀ ਨਹੀਂ ਸੀ, ਇਹ ਪਹਿਲਾਂ ਦੀ ਪਲੈਨਿੰਗ ਚੱਲ ਰਹੀ ਸੀ ਇਹ ਕੰਮ ਕਰਨ ਦੀ। ਤੇ ਸੰਤਾਂ ਨੂੰ ਦੇਖਣਾ ਚਾਹੁੰਦੇ ਸੀਗੇ ਉਹ ਛੋਟੇ ਅਟੈਕ ਕਰਕੇ ਪਹਿਲਾਂ ਜੀ। ਤੇ ਜੇ 1 ਜੂਨ ਦੀ ਆਪਾਂ ਗੱਲ ਕਰੀਏ ਭਾਈ ਦਲਜੀਤ ਸਿੰਘ ਜੀ, 1 ਜੂਨ ਨੂੰ CRP ਤੇ ਭਾਰਤੀ ਫੌਜ ਦਰਬਾਰ ਸਾਹਿਬ ਨੂੰ ਘੇਰਨਾ ਸ਼ੁਰੂ ਕਰ ਦਿੰਦੀ ਹੈ। ਤੇ ਜੂਨ ਤੋਂ ਪਹਿਲਾਂ ਹੀ ਜਿਹੜਾ ਆ ਮਈ ਦੇ ਮਹੀਨੇ ਦੇ ਵਿੱਚ ਹੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੱਡੀਆਂ ਬਿਲਡਿੰਗਾਂ ਦੇ ਉੱਪਰ ਇਹਨਾਂ ਦੇ ਮੋਰਚੇ ਬਣਨੇ ਸ਼ੁਰੂ ਹੋ ਜਾਂਦੇ ਆ। ਤੇ ਜਿਨ੍ਹਾਂ ਨੂੰ ਲੰਗਰ ਹਾਲ ਤੋਂ ਜਾਂ ਸੰਗਤਾਂ ਆਮ ਦੇਖਦੀਆਂ ਸੀ, ਤੇ ਸੰਤ ਜਰਨੈਲ ਸਿੰਘ ਦੀਆਂ ਸਪੀਚਾਂ ਤੁਸੀਂ ਸੁਣੀਆਂ ਹੋਣੀਆਂ, ਤੇ ਮਹਾਂਪੁਰਖ ਕਹਿੰਦੇ ਰਹੇ ਵੀ ਫੌਜ ਤਿਆਰੀ ਕਰ ਰਹੀ ਭਾਈ, ਇਹਨਾਂ ਨੇ ਹੱਲਾ ਕਰਨਾ, ਸੁਚੇਤ ਹੋ ਜਾਓ। ਠੀਕ ਹੈ। ਤੇ ਵੀ ਇਹਨਾਂ ਨੇ ਇਹ ਕੰਮ ਕਰਨਾ ਹੀ ਕਰਨਾ। ਸੰਤਾਂ ਨੂੰ ਪਹਿਲਾਂ ਪਤਾ ਸੀ, ਸੰਤਾਂ ਨੂੰ ਪਤਾ ਸੀ ਜੀ। ਆਮ ਸੰਗਤ ਦੇਖਦੀ ਸੀ ਵੀ ਐਡੀ ਚਹਿਲ ਪਹਿਲ ਕਿਉਂ ਆ, ਮੋਰਚੇਬੰਦੀ ਕਿਉਂ ਹੋ ਰਹੀ ਆ, ਬੋਰੀਆਂ ਕਿਉਂ ਰੱਖੀਆਂ ਜਾ ਰਹੀਆਂ, ਕੋਈ ਤਾਂ ਕਾਰਨ ਹੋਊਗਾ ਨਾ। ਤੇ 1 ਜੂਨ ਨੂੰ ਭਾਈ ਦਲਜੀਤ ਸਿੰਘ ਜੀ ਫੌਜ ਨੇ ਆਣ ਕੇ ਜਦੋਂ ਘੇਰਾ ਪਾਇਆ ਤੇ ਗੁਰਦੁਆਰਾ ਦਰਬਾਰ ਸਾਹਿਬ ਦੀ ਆਪਾਂ ਜੇ ਗੱਲ ਕਰਦੇ ਆ, ਦਰਬਾਰ ਸਾਹਿਬ ਜੀ ਦੀ ਉੱਤਰ ਦੇ ਪਾਸੇ ਵਾਲੀ ਜਿਹੜੀ ਦਰਸ਼ਨ ਡਿਉੜੀ ਆ, ਉਧਰਲੇ ਪਾਸੇ ਜੂਨ ਤੋਂ ਪਹਿਲਾਂ ਹੀ ਰਾਜ ਮਿਸਤਰੀ ਲੱਗੇ ਹੋਏ ਸੀ ਤੇ ਇੱਕ ਦੀਵਾਰ ਬਣਾਈ ਜਾ ਰਹੀ ਸੀਗੀ। ਉਧਰ ਉਸਾਰੀ ਹੋਣੀ ਸੀਗੀ, ਕਿਉਂਕਿ ਸਮੇਂ ਦੇ ਨਾਲ ਬਿਲਡਿੰਗਾਂ ਬਣਦੀਆਂ ਰਹਿੰਦੀਆਂ। ਤੇ ਉਸ 1 ਜੂਨ ਵਾਲੇ ਦਿਨ ਜਦੋਂ ਰਾਜ ਮਿਸਤਰੀ ਲੱਗੇ ਸੀਗੇ, ਕੰਧ ਦੀ ਚਣਾਈ ਕਰ ਰਹੇ ਸੀ, ਤੇ CRPF ਵਾਲਿਆਂ ਨੇ ਆਣ ਕੇ ਉਹਨਾਂ ਨੂੰ ਰੋਕਿਆ। ਤੇ ਉਹਨਾਂ ਦਾ ਪਲਾਨ ਇਹ ਸੀਗਾ ਵੀ ਇਸ ਪਾਸੇ ਤੋਂ ਜਿਹੜੀਆਂ ਸਾਡੀਆਂ ਗੱਡੀਆਂ ਜਾਂ ਸਾਡੀ ਫੌਜ ਦਰਬਾਰ ਸਾਹਿਬ 'ਚ ਅਸੀਂ ਦਾਖਲ ਹੋਣਾ, ਤੇ ਇਹ ਕੰਧ ਨਹੀਂ ਬਣਾਉਣੀ ਚਾਹੀਦੀ ਇੱਥੇ। ਤੇ ਜਦੋਂ ਮਿਸਤਰੀਆਂ ਨੇ ਉਹਨਾਂ ਨਾਲ ਖਹਿਬਾਜੀ ਹੋਈ, ਸ਼੍ਰੋਮਣੀ ਕਮੇਟੀ ਇਹ ਕੰਮ ਕਰਾ ਰਹੀ ਸੀ, ਸੰਤ ਜਰਨੈਲ ਸਿੰਘ ਜੀ ਨਹੀਂ ਸੀ ਕਰਾ ਰਹੇ, ਸ਼੍ਰੋਮਣੀ ਕਮੇਟੀ ਬਣਵਾ ਰਹੀ ਸੀ। ਸ਼੍ਰੋਮਣੀ ਕਮੇਟੀ ਨੂੰ ਸੱਦਿਆ ਗਿਆ ਤੇ ਉੱਥੇ ਦਲਜੀਤ ਸਿੰਘ ਜੀ ਬਹੁਤ ਬਹਿਸਬਾਜੀ ਹੋਈ ਤੇ CRP ਵਾਲਿਆਂ ਨੇ ਉੱਥੇ ਗੋਲੀਆਂ ਚਲਾਤੀਆਂ। ਜਿਹੜੇ ਮਿਸਤਰੀ ਤੇ ਕਾਰੀਗਰ ਸੀ ਉਹਨਾਂ ਦੇ ਵੀ ਵੱਜੀਆਂ, ਤੇ ਜਿਹੜੀ ਆਮ ਸੰਗਤ ਸੀ ਉਹਨਾਂ ਦੇ ਵੀ ਵੱਜੀਆਂ। ਤੇ ਉਸ ਵਕਤ ਜਦੋਂ ਇਹ ਗੋਲੀ ਚੱਲੀ ਆ 1 ਜੂਨ ਨੂੰ ਸਵੇਰੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਲੰਗਰ ਹਾਲ ਦੀ ਛੱਤ ਤੇ ਬੈਠੇ ਪ੍ਰਚਾਰ ਕਰ ਰਹੇ ਸੀ। ਸਾਰੀ ਸੰਗਤ ਉੱਥੇ ਬੈਠੀ ਸੀ। ਇੱਕਦਮ ਗੋਲੀਆਂ ਦਾ ਖੜਕਾ ਸੁਣਿਆ, ਆਵਾਜ਼ ਆਈ, ਤੇ ਸਿੰਘਾਂ ਨੇ ਜਾ ਕੇ ਦੱਸਿਆ ਵੀ ਮਹਾਂਪੁਰਖੋ ਬਾਹਰ ਗੋਲੀ ਚੱਲ ਪਈ। ਤੇ ਸੰਗਤਾਂ ਦੇ ਕਹਿਣ ਤੇ ਫਿਰ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ 30-35 ਸਿੰਘਾਂ ਨੂੰ ਨਾਲ ਲੈ ਕੇ ਤੇ ਉੱਥੋਂ ਦਰਬਾਰ ਹਾਲ ਦੀ ਛੱਤ ਤੋਂ
ਉਤਰ ਕੇ ਆਪਣੇ ਲੰਗਰ ਹਾਲ ਦੀ ਛੱਤ ਤੋਂ ਉਤਰ ਕੇ ਹੇਠਾਂ ਆ ਜਾਂਦੇ ਆ ਗਵਲੀ ਮੰਜ਼ਿਲ ਤੇ। ਠੀਕ ਹੈ। ਤੇ ਉਦੋਂ ਬਾਅਦ ਭਾਈ ਦਲਜੀਤ ਸਿੰਘ ਜੀ ਸਵੇਰ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੀਆਰਪੀਐਫ ਗੋਲੀਆਂ ਚਲਾਉਂਦੀ ਰਹੀ ਆ, ਜਿਹੜੀਆਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਤੋਂ ਚੱਲੀਆਂ। ਜੀ। ਤੇ ਉਸ ਤੋਂ ਪਹਿਲਾਂ ਵੀ ਜੇ ਮੈਂ ਤੁਹਾਡੇ ਨਾਲ ਜ਼ਿਕਰ ਕਰਦਿਆਂ ਵੀ ਜਨਰਲ ਸਵੇਗ ਸਿੰਘ ਜੀ ਜਿਹੜੇ ਭਾਰਤੀ ਫੌਜ ਦੇ ਜਨਰਲ ਰਹੇ ਸੀਗੇ ਤੇ 4 ਲੜਾਈਆਂ ਭਾਰਤੀ ਫੌਜ ਵੱਲੋਂ ਲੜ ਚੁੱਕੇ ਸੀ, ਜਿੱਤ ਕੇ ਦਿੱਤੀਆਂ ਆਪਾਂ ਜੀ। ਆਪਾਂ ਜੇ ਗੱਲ ਕਰੀਏ ਵੀ 1962 ਦੀ ਗੱਲ ਕਰੀਏ, 65 ਦੀ ਗੱਲ ਕਰੀਏ, 71 ਦੀ ਗੱਲ ਕਰੀਏ, ਚੀਨ ਦੇ ਨਾਲ ਗੱਲ ਕਰੀਏ, ਬੰਗਲਾਦੇਸ਼ ਦੀ ਗੱਲ ਕਰੀਏ, ਸੋ ਜਨਰਲ ਸਵੇਗ ਸਿੰਘ ਜਾਣਦੇ ਸੀ। ਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਜਦੋਂ ਤੱਕ ਭਾਰਤੀ ਫੌਜ, ਸੰਤ ਬਾਬਾ ਜਰਨੈਲ ਸਿੰਘ ਜੀ ਵੀ ਇਹ ਗੱਲ ਕਹਿੰਦੇ ਸੀ ਵੀ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਪੈਰ ਨਹੀਂ ਰੱਖਦੀ, ਉਹਨਾਂ ਚਿਰ ਤੁਸੀਂ ਗੋਲੀ ਨਹੀਂ ਚਲਾਉਣੀ। ਕਿਸੇ ਸਿੰਘ ਨੇ ਜਵਾਬ ਨਹੀਂ ਦੇਣਾ। ਜਦੋਂ ਬਾਹਰ ਗੋਲੀਆਂ ਚੱਲੀਆਂ, ਸਿੰਘਾਂ ਨੇ ਆਣ ਕੇ ਪੁੱਛਿਆ ਵੀ ਮਹਾਂਪੁਰਖੋ ਹੁਣ ਕੀ ਕਰਨਾ? ਉਹ ਕਹਿੰਦੇ ਭਾਈ ਤੁਹਾਨੂੰ ਦੱਸਿਆ ਸੀ ਜੋ ਕਰਦੇ ਇਹਨਾਂ ਨੂੰ ਕਰ ਲੈਣ ਦਿਓ, ਪਰ ਆਪਾਂ ਜਵਾਬ ਨਹੀਂ ਦੇਣਾ, ਗੋਲੀ ਨਹੀਂ ਚਲਾਉਣੀ। ਭਾਈ ਦਲਜੀਤ ਸਿੰਘ ਜੀ ਉਸ ਗੋਲੀਬਾਰੀ ਦੇ ਵਿੱਚ 11 ਸਿੰਘ ਸ਼ਹੀਦ ਹੁੰਦੇ ਆ, ਜਿਹਦੇ ਵਿੱਚੋਂ 9 ਆਮ ਸੰਗਤਾਂ ਜਿਹੜੀਆਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ 2 ਜੂਨ ਨੂੰ ਮਨਾਇਆ ਜਾਣਾ ਸੀ 1984 ਚ, ਉਸ ਪੁਰਬ ਦੇ ਵਾਸਤੇ ਆਈਆਂ ਸੀ। ਤੇ ਇੱਕ ਟਕਸਾਲ ਦਾ ਸਿੰਘ ਸੀ ਤੇ ਇੱਕ ਸਿੰਘ ਹੋਰ ਸੀਗਾ, ਤੇ ਉਹਨਾਂ ਸਿੰਘਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਉਹਨਾਂ ਦੀਆਂ ਲਾਸ਼ਾਂ ਬੋਡੀਆਂ ਜਿਹੜੀਆਂ ਚੱਕ ਕੇ ਜਦੋਂ ਅੱਜ ਵੀ ਆਪਾਂ ਮੱਥਾ ਟੇਕਣ ਜਾਂਦੇ ਤੇ ਘੰਟਾ ਘਰ ਵਾਲੇ ਪਾਸੇ ਤੋਂ ਆਪਾਂ ਐਂਟਰ ਹੁੰਦੇ ਆ, ਤੇ ਉਧਰ ਪਹਿਲਾਂ ਬਰਾਂਡਾ ਹੁੰਦਾ ਸੀ, ਉਧਰ ਬਾਹਰ ਬਰਾਂਡੇ 'ਚ ਰੱਖੀਆਂ ਗਈਆਂ। ਤੇ ਸ਼ਾਮ ਤੱਕ ਭਾਈ ਦਲਜੀਤ ਸਿੰਘ ਜੀ ਉਹਨਾਂ ਦੀ ਪਛਾਣ ਨਹੀਂ ਸੀ ਹੋਈ ਵੀ ਕੌਣ ਕੌਣ ਕਿੱਥੋਂ ਆਇਆ, ਇੰਨੀ ਸੰਗਤ 'ਚ ਕੀ ਪਤਾ ਲੱਗਦਾ। ਤੇ ਸ਼ਾਮ ਨੂੰ ਫਿਰ ਉਹਨਾਂ ਦੇ ਸਰੀਰਾਂ ਦੀ ਪਛਾਣ ਕਰਕੇ 9 ਸਰੀਰ ਉਹਨਾਂ ਦੇ ਘਰਦਿਆਂ ਨੂੰ ਸਪੁਰਦ ਕੀਤੇ ਗਏ ਤੇ 2 ਸਿੰਘਾਂ ਦਾ ਸੰਸਕਾਰ ਮਹਾਂਪੁਰਖਾਂ ਨੇ ਆਪ ਕਰਾਇਆ, ਜਿਹੜਾ ਉੱਥੇ ਕਰਾਇਆ ਗਿਆ। ਸੋ ਇਹ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰ ਰਿਹਾ ਵੀ ਜਿਹਨਾਂ ਨੂੰ ਲੱਗਦਾ ਵੀ ਸ਼ਾਇਦ ਸਿੰਘਾਂ ਨੇ ਪਹਿਲ ਕੀਤੀ ਜਾਂ ਸਿੰਘਾਂ ਨੇ ਕੁਝ ਕੀਤਾ, ਬਗੈਰ ਕਿਸੇ ਗੋਲੀ ਅੰਦਰਲੇ ਪਾਸਿਓਂ ਚੱਲੀ ਤੋਂ ਵੀ ਸੀਆਰਪੀਐਫ ਨੇ ਇਹ ਕਾਂਡ ਵਰਤਾ ਦਿੱਤਾ। ਬਾਬਾ ਜੀ ਅੱਗੇ ਵਧਣ ਤੋਂ ਪਹਿਲਾਂ ਨਾ ਇੱਕ ਸਵਾਲ ਆਮ ਅੱਜ ਵੀ ਹੈਗਾ, ਵੈਸੇ ਤਾਂ ਸਵਾਲ ਦੇ ਜਵਾਬ ਜਿਹੜੇ ਉਹ ਕਈ ਵਾਰ ਆਪਾਂ ਦਿੱਤੇ ਵੀ ਨੇ, ਆਮ ਸਵਾਲ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਹੋਏ ਸਾਡੇ ਦੋਸਤ ਮਿੱਤਰ, ਸਾਡੀ ਜਨਰੇਸ਼ਨ ਜਿਹੜੀ ਇਹ ਕਰ ਦਿੰਦੀ ਹੈ, ਉਹ ਇੱਕੋ ਇਲਜ਼ਾਮ ਲਾਇਆ ਜਾਂਦਾ ਵੀ ਤੁਸੀਂ ਦਰਬਾਰ ਸਾਹਿਬ 'ਚ ਹਥਿਆਰ ਲੈ ਕੇ ਵੜੇ ਕਿਉਂ ਸੀ। ਸੰਤਾਂ ਦੇ ਉੱਤੇ ਇਹ ਬਲੇਮ ਲਾ ਦਿੱਤਾ ਜਾਂਦਾ ਵੀ ਤੁਸੀਂ ਕਿਉਂ ਵੜੇ ਸੀ, ਜਦ ਕਿ ਉਹ ਭਗਤੀ ਦਾ ਸਥਾਨ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੁਸ਼ੋਭਤ ਹੈ, ਕੀਰਤਨ ਚੱਲਦਾ ਹਰ ਵੇਲੇ, ਕਹਿੰਦੇ ਤੁਸੀਂ ਮਰਿਆਦਾ ਭੰਗ ਕੀਤੀ ਸੀ, ਤੁਸੀਂ ਹਥਿਆਰ ਲੈ ਕੇ ਗਏ ਸੀ। ਇਹ ਭਾਈ ਦਲਜੀਤ ਸਿੰਘ ਜੀ ਇਸੇ ਹੀ ਤਾਂ ਇਹ ਸਾਨੂੰ ਭੁਲੇਖਾ ਬਹੁਤ ਵੱਡਾ ਨਾ। ਹੁਣ ਤੁਸੀਂ ਦੇਖੋ, ਆਪਾਂ ਜਦੋਂ ਬਿਲਡਿੰਗ 'ਚ ਐਂਟਰ ਕਰ ਜਾਂਦੇ ਆ, ਅਸੀਂ ਸਾਰੇ ਦੇ ਸਾਰੇ ਗਲਿਆਰੇ ਨੂੰ ਦਰਬਾਰ ਸਾਹਿਬ ਹੀ ਕਹੀ ਜਾਂਦੇ ਆ। ਦਰਬਾਰ ਸਾਹਿਬ ਇੱਕ ਸਥਾਨ ਹੋ ਰਿਹਾ, ਅਕਾਲ ਤਖਤ ਸਾਹਿਬ ਦਾ ਸਥਾਨ ਹੋ ਰਿਹਾ, ਸ਼ਹੀਦੀ ਯਾਦਗਾਰ ਜਿਹੜੀ ਹੁਣ ਬਣੀ ਉਹ ਇੱਕ ਹੋ ਰਿਹਾ, ਗੁਰਦੁਆਰਾ ਭੋਰਾ ਸਾਹਿਬ ਹੋ ਰਿਹਾ, ਗੁਰੂ ਕੇ ਮਹਿਲ ਗੁਰਦੁਆਰਾ ਜਿੱਥੋਂ ਮਹਾਰਾਜ ਦੇ ਸਰੂਪ ਸਵੇਰੇ ਲਿਆਏ ਜਾਂਦੇ ਆ ਉਹ ਸਥਾਨ ਹੋ ਰਿਹਾ, ਲੰਗਰ ਹਾਲ ਦੀ ਇੱਕ ਕੰਪਲੈਕਸ ਹੈ ਜੀ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਸਿੰਘ ਕਦੇ ਵੀ ਦਰਬਾਰ ਸਾਹਿਬ 'ਚ ਕੋਈ ਹਥਿਆਰ ਲੈ ਕੇ ਵੜੇ ਨਹੀਂ। ਲੰਗਰ ਹਾਲ ਤੇ ਪ੍ਰਚਾਰ ਕਰਦੇ ਸੀ, 40 ਨੰਬਰ ਕਮਰੇ 'ਚ ਥੱਲੇ ਸਿੰਘ ਰਹਿੰਦੇ ਸੀ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਆ, ਉਹ ਵੀ ਜਿੱਦਣ ਗੋਲੀ ਚੱਲੀ ਆ ਉਦੋਂ ਪਹਿਲਾਂ ਕੋਈ ਸਿੰਘ ਗਿਆ ਨਹੀਂ ਹੈ। ਤੇ ਮੀਰੀ ਪੀਰੀ ਦਾ ਸਿਧਾਂਤ ਕੀ ਹੈ? 6ਵੇਂ ਪਾਤਸ਼ਾਹ ਨੇ ਜਦੋਂ ਤਿਲਕ ਲਾ ਕੇ ਗੁਰਤਾ ਗੱਦੀ ਦੇਣ ਲੱਗੇ ਬਾਬਾ ਬੁੱਢਾ ਜੀ, ਤੇ ਮਹਾਰਾਜ ਕਹਿੰਦੇ ਬਾਬਾ ਜੀ ਹੁਣ ਸੇਲੀ ਟੋਪੀ ਨਾਲ ਗੱਲ ਨਹੀਂ ਬਣਨੀ, ਹੁਣ ਕਿਰਪਾਨਾਂ ਪਹਿਨੀਆਂ ਜਾਣਗੀਆਂ। ਤੇ ਉਸੇ ਹੀ ਤਖਤ ਤੇ ਬਹਿ ਕੇ ਮਹਾਰਾਜ ਨੇ ਸ਼ਸਤਰ ਪਹਿਨੇ ਤੇ ਮਹਾਰਾਜ ਨੇ ਹੁਕਮ ਕੀਤਾ ਵੀ ਹੁਣ ਚੰਗੀਆਂ ਜਵਾਨੀਆਂ ਭੇਟ ਕਰੋ, ਚੰਗੇ ਸ਼ਸਤਰ ਭੇਟ ਕਰੋ, ਘੋੜੇ ਲੈ ਕੇ ਆਓ ਤੇ ਅਸੀਂ ਖਾਲਸਾ ਫੌਜ ਤਿਆਰ ਕਰਨੀ। ਤੇ ਇਹਦਾ ਜਵਾਬ ਤੇ ਮੇਰਾ ਖਿਆਲ ਇਹਨਾਂ ਗੱਲਾਂ ਤੋਂ ਆਪਾਂ ਨੂੰ ਆਪੇ ਹੀ ਮਿਲ ਜਾਂਦਾ ਵੀ ਮਹਾਰਾਜ ਦਾ ਅਸਥਾਨ ਆ ਉਹ। ਤੇ ਦੂਸਰੀ ਗੱਲ, ਭਾਈ ਦਲਜੀਤ ਸਿੰਘ ਜੀ 1 ਜੂਨ ਤੋਂ ਪਹਿਲਾਂ, ਅੱਜ ਚਲੋ ਜਿਹੜੇ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਹਥਿਆਰਾਂ ਦਾ ਖੰਡਨ ਕਰਦੇ ਆ, ਉਹ ਸਾਨੂੰ ਦੱਸਣ ਤਾਂ ਸਹੀ, ਅੱਜ ਤੇ ਸੌਖਾ ਬੜਾ ਹੋ ਗਿਆ, ਤੁਸੀਂ RTI ਪਾ ਲਓ ਵੀ 1 ਜੂਨ ਤੋਂ ਪਹਿਲਾਂ ਕਦੇ ਵੀ ਕਿਸੇ ਆਮ ਸੰਗਤ ਨੇ, ਭਾਰਤ ਸਰਕਾਰ ਨੇ ਜਾਂ ਕਿਸੇ ਕਰੰਦੇ ਨੇ ਇਹ ਗੱਲ ਕਹੀ ਹੋਵੇ ਵੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਸਾਨੂੰ ਬੰਦੂਕਾਂ ਹਥਿਆਰਾਂ ਵਾਲੇ ਸਿੰਘਾਂ ਨੇ ਤੰਗ ਕੀਤਾ, ਕਿਸੇ ਨੂੰ ਮਾਰਿਆ ਕੁੱਟਿਆ ਜਾਂ ਮੱਥਾ ਟੇਕਣ ਤੋਂ ਰੋਕਿਆ, ਲੰਗਰ ਛਕਣ ਤੋਂ ਰੋਕਿਆ, ਕੋਈ FIR ਤਾਂ ਕੱਢੋ। ਫਿਰ ਤੇ ਆਪਾਂ ਕਹਿ ਸਕਦੇ ਹਾਂ ਵੀ ਭਾਈ ਸੰਗਤ ਬੜੀ ਤੰਗ ਪਰੇਸ਼ਾਨ ਸੀ ਤੇ ਇਹ ਸਿੰਘ ਉੱਥੇ ਗਲਤ ਕੰਮ ਕਰ ਰਹੇ ਸੀ। ਸਿੰਘ ਤੇ ਹੁਣ ਅੱਜ ਵੀ ਨਿਹੰਗ ਸਿੰਘ ਵਰਸ਼ੇ ਰੱਖਦੇ ਆ। ਮੈਂ ਸ੍ਰੀ ਸਾਹਿਬ ਪਾਈ, ਆਪਾਂ ਵੱਡੀ ਸ੍ਰੀ ਸਾਹਿਬ ਫੜ ਕੇ ਇੱਥੇ ਇੰਗਲੈਂਡ 'ਚ ਤੁਰੇ ਫਿਰਦੇ ਆ, ਸਾਨੂੰ ਤਾਂ ਕਦੇ ਕੋਈ ਨਹੀਂ ਕੁਝ ਕਹਿੰਦਾ ਵੀ ਤੁਸੀਂ ਸਾਨੂੰ ਮਾਰ ਦੇਣਾ। ਸੋ ਇਹ ਬੇਬੁਨਿਆਦ ਜਿਹੜਾ ਸਵਾਲ ਹੈ ਜੀ, ਤੇ ਆਪਾਂ ਆਪਣੀ ਵਿਚਾਰ ਵੱਲ ਆ ਜਾਈਏ। ਸੋ ਉਸ ਵਕਤ ਜਦੋਂ ਸੰਤਾਂ ਨੂੰ ਪਤਾ ਲੱਗਾ ਤੇ ਸੰਤ ਕਹਿੰਦੇ ਭਾਈ ਜਵਾਬ ਨਹੀਂ ਦੇਣਾ, ਤੇ ਉੱਥੋਂ ਵਿਚਾਰਲੀ ਮੰਜ਼ਿਲ ਤੋਂ ਭਾਈ ਦਲਜੀਤ ਸਿੰਘ ਜੀ ਫਿਰ ਸੰਤ ਉਸ ਵੇਲੇ ਸਿੰਘਾਂ ਨੂੰ ਨਾਲ ਲੈ ਕੇ ਤੇ ਅਕਾਲ ਤਖਤ ਸਾਹਿਬ ਜਾਂਦੇ ਆ। ਅਕਾਲ ਤਖਤ ਜਾ ਕੇ ਅਰਦਾਸ ਕਰਕੇ ਤੇ ਸਿੰਘ ਸੰਤ ਜਿਹੜੇ ਥੱਲੇ ਭੋਰੇ 'ਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਜਿਹੜਾ ਆ ਰਾਤ ਨੂੰ ਸਾਰੀ ਸੰਗਤ ਬਹਿ ਕੇ ਵਿਚਾਰ ਕਰਦੀ ਆ, ਸੰਤਾਂ ਨਾਲ ਵਿਚਾਰ ਹੁੰਦੀ ਆ। ਦੂਜੇ ਦਿਨ ਦਾ ਚੜ੍ਹਾਅ ਹੁੰਦਾ ਤੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਡਿਕਟੇਟਰ ਆ ਟੋੜਾ ਸਾਹਿਬ ਹੁਣੀ ਤੇ ਆਪਣੇ ਹਰਚੰਦ ਸਿੰਘ ਲੌਂਗੋਵਾਲ ਹੁਣੀ, ਉਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਭਾਰਤੀ ਫੌਜ ਨੇ ਆਹ ਕੰਮ ਕਰ ਦਿੱਤਾ, ਬਲਵੰਤ ਸਿੰਘ ਰਾਮੂਵਾਲੀਆ ਦਾ ਨਾਮ ਖਾਸ ਕਰਕੇ ਆਉਂਦਾ, ਇਹਨਾਂ ਨੇ ਭਾਰਤੀ ਫੌਜ ਦੇ ਨਾਲ ਭਾਰਤ ਦੀ ਸਰਕਾਰ ਨਾਲ ਗੱਲ ਕਰਨੀ ਚਾਹੀ ਵੀ ਤੁਸੀਂ ਗੋਲੀ ਕਿਉਂ ਚਲਾਈ ਆ ਜਾਂ ਕੀ ਕੀਤਾ। ਪਰ ਰਾਮੂਵਾਲੀਆ ਜੀ ਉਸ ਵਕਤ ਇੱਕ ਸਿੰਘਾਂ ਤੇ ਸਰਕਾਰ ਵਿਚਾਲੇ ਬੜਾ ਵਧੀਆ ਲਿੰਕ ਸੀਗੇ,
ਗੱਲਬਾਤ ਕਰਾਉਣ ਦਾ। ਤੇ ਉਹਨਾਂ ਨੇ ਵੀ ਆਪਣੀ ਅੱਡੀ ਚੋਟੀ ਦੀ ਬਾਹ ਪੇਚ ਲਾ ਲਈ, ਪਰ ਪ੍ਰਧਾਨ ਮੰਤਰੀ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਾਂ ਸਰਕਾਰ ਨੇ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ। ਠੀਕ ਹੈ ਉਦੋਂ ਬਾਅਦ ਫਿਰ ਟੋੜਾ ਸਾਹਿਬ ਜਾ ਕੇ ਤੇ ਸੰਤਾਂ ਨੂੰ ਮਿਲਣ ਦੀ ਗੱਲ ਕਰਦੇ ਆ 2 ਜੂਨ ਵਾਲੇ ਦਿਨ। ਤੇ ਜਾ ਕੇ ਸਿੰਘਾਂ ਨੂੰ ਕਹਿੰਦੇ ਆ ਤੇ ਸਿੰਘ ਪਹਿਲਾਂ ਥੋੜੀ ਜਿਹੀ ਆਨਾਕਾਨੀ ਕਰਦੇ ਆ, ਪਰ ਸੰਤ ਕਹਿੰਦੇ ਭਾਈ ਜੇ ਮਿਲਣਾ ਚਾਹੁੰਦੇ ਤੇ ਮਿਲ ਲੈਣ ਦਿਓ। ਜਦੋਂ ਆਉਂਦੇ ਆ ਤੇ ਫਿਰ ਸੰਤਾਂ ਦੇ ਨਾਲ ਗੱਲ ਹੁੰਦੀ ਆ ਤੇ ਬੰਦ ਕਮਰਾ ਸੰਤਾਂ ਦੀ ਤੇ ਇਹਨਾਂ ਦੀ ਇਕੱਲਿਆਂ ਦੀ ਗੱਲ ਹੁੰਦੀ, ਸਾਰੇ ਸਿੰਘ ਬਾਹਰ ਦੇਖਦੇ ਰਹਿੰਦੇ ਆ। ਤੇ ਜਦੋਂ ਗੱਲਬਾਤ ਨਿਬੜਦੀ ਆ ਸੰਤ ਬਾਹਰ ਆਉਂਦੇ ਆ ਤਾਂ ਸਿੰਘ ਪੁੱਛਦੇ ਵੀ ਬਾਬਾ ਜੀ ਗੱਲ ਕੀ ਹੋਈ, ਕਿਉਂਕਿ ਸਾਰਿਆਂ ਦਾ ਸੁਭਾਵਿਕ ਆ ਵੀ। ਤੇ ਸੰਤਾਂ ਨੇ ਇੰਨਾ ਹੀ ਬਚਨ ਭਾਈ ਦਲਜੀਤ ਸਿੰਘ ਜੀ ਕੀਤਾ, ਕਹਿੰਦੇ ਜਦੋਂ ਮੈਂ ਕਹਿੰਦਾ ਸੀ ਤੇ ਉਦੋਂ ਮੰਨਦੇ ਨਹੀਂ ਸੀ, ਹੁਣ ਮੈਨੂੰ ਕਹਿੰਦੇ ਆ ਤੇ ਹੁਣ ਮੈਂ ਕੀ ਕਰਾਂ, ਜੋ ਮਰਜ਼ੀ ਇਹਨਾਂ ਦੀ ਆਪੇ ਕਰਨ। ਸੰਤਾਂ ਨੇ ਆਹ ਗੱਲ ਕਹੀ ਵੀ ਅਕਾਲੀ ਦਲ ਵਾਲਿਆਂ ਨੂੰ ਜਦੋਂ ਮੈਂ ਕਹਿੰਦਾ ਸੀ ਤੇ ਉਦੋਂ ਮੇਰੀ ਗੱਲ ਇਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ, ਤੇ ਹੁਣ ਮੇਰੇ ਕੋਲ ਆਏ ਆ ਤੇ ਕਹਿੰਦੇ ਹੁਣ ਮੈਂ ਕੀ ਕਰਾਂ, ਵੀ ਤੁਸੀਂ ਆਪਦਾ ਕੰਮ ਕਰੋ ਤੇ ਅਸੀਂ ਆਪਦਾ ਕੰਮ ਕਰਨਗੇ। ਤੇ ਸੰਤਾਂ ਨੇ ਭਾਈ ਦਲਜੀਤ ਸਿੰਘ ਜੀ ਮੀਟਿੰਗ ਸੱਦੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸਵੇਗ ਸਿੰਘ ਜੀ, ਹੋਰ ਜਥੇਬੰਦੀਆਂ ਦੇ ਸਿੰਘ, ਤੇ ਖਾਸ ਕਰਕੇ ਹਜੂਰ ਸਾਹਿਬ ਤੋਂ ਇੱਕ ਜੱਥਾ ਆਇਆ ਸੀ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਭੇਜਿਆ ਸੀ। ਉਹਨਾਂ ਸਾਰੇ ਸਿੰਘਾਂ ਨੂੰ ਸੱਦਿਆ ਤੇ ਸੰਤਾਂ ਨੇ ਫਿਰ ਕਿਹਾ, ਕਹਿੰਦੇ ਭਾਈ ਜਿਹੜੇ ਹਜੂਰ ਸਾਹਿਬ ਤੋਂ ਸਿੰਘ ਆਏ ਆ, ਜਿਹੜੇ ਸਿੰਘਾਂ ਕੋਲ 2-2 ਹਥਿਆਰ ਆ, ਉਹ ਇੱਕ ਹਥਿਆਰ ਇਹਨਾਂ ਨੂੰ ਦੇ ਦਿਓ, ਵੀ ਇਹਨਾਂ ਕੋਲ ਹਥਿਆਰ ਹੈ ਨਹੀਂਗੇ ਤੇ ਇਹਨਾਂ ਨੇ ਸੇਵਾ ਕਰਨੀ ਆ, ਤੇ ਜਿਹਦੇ ਕੋਲ ਡਬਲ ਹਥਿਆਰ ਆ ਉਹ ਇੱਕ ਇਹਨਾਂ ਨੂੰ ਦੇ ਦਿਓ। ਤੇ ਸੰਤ ਕਹਿੰਦੇ ਭਾਈ ਹੁਣ ਸਮਾਂ ਆ ਗਿਆ, ਹੁਣ ਸਰਕਾਰ ਨੇ ਕਿਸੇ ਵੀ ਵੇਲੇ ਹੱਲਾ ਕਰ ਦੇਣਾ, ਤੇ ਇਸ ਕਰਕੇ ਤੁਸੀਂ ਤਿਆਰੀ ਕਰ ਲਓ। ਤੇ ਜੇਕਰ ਕੋਈ ਸਿੰਘ ਘਰ ਨੂੰ ਜਾਣਾ ਚਾਹੁੰਦਾ ਤੇ ਉਹ ਬੜੀ ਖੁਸ਼ੀ ਨਾਲ ਜਾ ਸਕਦਾ। ਤੇ ਮਹਾਂਪੁਰਖ ਕਹਿੰਦੇ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ, ਤੁਸੀਂ ਮੇਰੀ ਗੱਲ ਮੰਨਦੇ ਰਹੇ ਆ, ਮੇਰੇ ਨਾਲ ਤੁਰੇ ਆ, ਪਰ ਅੱਜ ਸਮਾਂ ਹੈ ਜੇ ਤੁਸੀਂ ਮੁੜਨਾ ਚਾਹੁੰਦੇ ਆ ਤੇ ਮੈਂ ਤੁਹਾਨੂੰ ਆਪ ਗੱਲ ਨਾਲ ਲਾ ਕੇ ਤੇ ਤੋਰਾਂਗਾ। ਤੇ ਸੰਤਾਂ ਦੇ ਜਿਹੜੇ ਗੜਵਈ ਸੀ ਉਹਨਾਂ ਨੂੰ ਕਹਿ ਕੇ ਸੰਤਾਂ ਨੇ ਸਰੋਪੇ ਖਾਸ ਕਰਕੇ ਮੰਗਾ ਕੇ ਰੱਖੇ, ਕਹਿੰਦੇ ਭਾਈ ਜਿਹੜਾ ਜਾਣਾ ਚਾਹੁੰਦਾ ਅਸੀਂ ਸਰੋਪਾ ਵੀ ਦੇਵਾਂਗੇ ਤੇ ਤੁਹਾਡਾ ਧੰਨਵਾਦ ਸੇਵਾ। ਮੁੜਿਆ ਕੋਈ ਫਿਰ ਉਹਨਾਂ ਚ? ਨਹੀਂ ਭਾਈ ਦਲਜੀਤ ਸਿੰਘ ਜੀ, ਕੋਈ ਸਿੰਘ ਨਹੀਂ ਉੱਠਿਆ। ਤੇ ਸੰਤਾਂ ਨੇ ਭਾਈ ਅਮਰੀਕ ਸਿੰਘ ਜੀ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਆ, ਉਹਨਾਂ ਨੂੰ ਇਹ ਗੱਲ ਕਹੀ, ਕਹਿੰਦੇ ਭਾਈ ਸਾਹਿਬ ਤੁਸੀਂ ਜਾ ਸਕਦੇ ਆ, ਆਪਣੀ ਸਿੰਘਣੀ ਨੂੰ ਲੈ ਜਾਓ ਨਾਲ, ਤੇ ਆਉਣ ਵਾਲੇ ਸਮੇਂ 'ਚ ਕੌਮ ਦੀ ਅਗਵਾਈ ਵਾਸਤੇ ਤੁਹਾਡੇ ਵਰਗੇ ਸਿੰਘਾਂ ਦੀ ਲੋੜ ਆ, ਤੁਸੀਂ ਸ਼ਹੀਦ ਨਹੀਂ ਰਹਿਣੀ, ਤੁਸੀਂ ਬਾਹਰ ਚਲੇ ਜਾਓ। ਤੇ ਭਾਈ ਅਮਰੀਕ ਸਿੰਘ ਜੀ ਨੇ ਚਰਨ ਫੜ ਲਏ, ਕਹਿੰਦੇ ਮਹਾਂਪੁਰਖੋ ਵੀ ਹੁਣ ਸ਼ਹਾਦਤ ਦਾ ਸਮਾਂ ਆਇਆ ਤੇ ਤੁਸੀਂ ਧੱਕੇ ਮਾਰਨ ਲੱਗ ਪਏ। ਤੇ ਮਹਾਂਪੁਰਖ ਕਹਿੰਦੇ ਭਾਈ ਧੱਕੇ ਨਹੀਂ ਮਾਰ ਰਹੇ, ਅਸੀਂ ਤੁਹਾਨੂੰ ਕਹਿ ਰਹੇ ਵੀ ਕੌਮ ਨੂੰ ਲੋੜ ਆ। ਤੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਹੀ ਤੁਰੇ ਸੀ, ਤੁਹਾਡੇ ਨਾਲ ਹੀ ਖੜੇ ਆ ਤੇ ਤੁਹਾਡੇ ਨਾਲ ਹੀ ਜਾਵਾਂਗੇ, ਅਸੀਂ ਬਾਹਰ ਨਹੀਂ ਜਾਣਾ। ਸੰਗਤਾਂ ਨੇ ਜਕਾਰੇ ਛੱਡੇ ਤੇ ਉਹੀ ਸਰੋਪੇ ਸੰਗਤਾਂ ਨੇ ਫਿਰ ਸਾਰਿਆਂ ਸੂਰਬੀਰਾਂ ਦੇ ਗਲਾਂ 'ਚ ਪਵਾ ਕੇ ਤੇ ਭਾਈ ਸਾਹਿਬ ਉਹਨਾਂ ਨੂੰ ਮੋਰਚਿਆਂ ਤੇ ਬਿਠਾ ਦਿੱਤਾ। ਤੇ 2 ਜੂਨ ਨੂੰ ਸਵੇਰੇ ਫਿਰ ਟੈਲੀਵਿਜ਼ਨ ਤੇ ਰੇਡੀਓ ਤੇ ਅਨਾਉਂਸ ਕੀਤਾ ਜਾਂਦਾ ਵੀ ਭਾਰਤ ਦੀ ਪ੍ਰਧਾਨ ਮੰਤਰੀ 8 ਵਜੇ ਸ਼ਾਮ ਨੂੰ ਸੰਬੋਧਨ ਕਰੂਗੀ ਦੇਸ਼ ਨੂੰ। ਤੇ 2 ਜੂਨ ਨੂੰ ਕਰਫਿਊ ਲਾ ਦਿੱਤਾ ਜਾਂਦਾ, ਸਾਰਾ ਦਿਨ ਕੋਈ ਜਿਹੜੀ ਆ ਗੋਲੀ ਨਹੀਂ ਚਲਾਉਂਦੀ ਫੌਜ, ਨਾ ਸਿੰਘ ਅੰਦਰੋਂ ਚਲਾਉਂਦੇ ਆ। ਤੇ ਇੱਕ ਮੈਂ ਤੁਹਾਨੂੰ ਬੇਨਤੀ ਕਰਦਿਆਂ, ਦਾਸ ਨੂੰ ਵੀ ਮੌਕਾ ਮਿਲਿਆ ਭਾਰਤੀ ਫੌਜ ਵਿੱਚ ਰਹਿਣ ਦਾ, ਚਲੋ ਮੈਂ ਪੂਰੀ ਨੌਕਰੀ ਨਹੀਂ ਕੀਤੀ ਹੈ ਪਰ ਟ੍ਰੇਨਿੰਗ ਦੌਰਾਨ ਸਾਨੂੰ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ। ਇਹ ਇੱਕ ਟੈਕਟਿਕ ਹੁੰਦੀ ਭਾਈ ਦਲਜੀਤ ਸਿੰਘ ਜੀ, ਜਦੋਂ ਪਹਿਲਾਂ ਫਾਇਰ ਕੀਤਾ ਜਾਂਦਾ, ਖੋਲਿਆ ਜਾਂਦਾ, ਉਹ ਬੰਦੇ ਨੂੰ ਮਾਰਨ ਵਾਸਤੇ ਨਹੀਂ ਹੁੰਦਾ, ਹੱਲਾ ਨਹੀਂ ਹੁੰਦਾ, ਉਹ ਜਾਣ ਬੁੱਝ ਕੇ ਤੁਹਾਨੂੰ ਮਿਸ ਕਰਕੇ ਤੁਹਾਡੇ ਸੱਜੇ ਖੱਬੇ ਗੋਲੀ ਮਾਰੀ ਜਾਂਦੀ ਆ, ਤੁਹਾਨੂੰ ਇਹ ਲੱਗਦਾ ਵੀ ਮੈਂ ਬਚ ਗਿਆ, ਤੇ ਫਿਰ ਤੁਸੀਂ ਗੁੱਸੇ ਦੇ ਵਿੱਚ ਆਣ ਕੇ ਜਵਾਬੀ ਕਾਰਵਾਈ ਕਰਦੇ ਹੋ। ਤੇ ਜਦੋਂ ਤੁਸੀਂ ਜਵਾਬੀ ਕਾਰਵਾਈ ਕਰਦੇ ਹੋ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਦਲਜੀਤ ਸਿੰਘ ਕੋ ਹਥਿਆਰ ਕਿਹੜਾ। ਬਿਲਕੁਲ ਠੀਕ ਹੈ, ਵੀ ਜੇ ਮੈਂ ਇਹ ਤੇ ਗੋਲੀ ਮਾਰੀ ਆ ਤੇ ਮੈਨੂੰ ਜਵਾਬ ਦੇ ਵਿੱਚ ਦਲਜੀਤ ਸਿੰਘ ਨੇ ਕਿਹੜਾ ਫਾਇਰ ਕੀਤਾ, ਫਿਰ ਮੈਨੂੰ ਤੁਹਾਡਾ ਵੈਪਨ ਵੀ ਪਤਾ ਲੱਗ ਜਾਂਦਾ ਤੇ ਤੁਹਾਡੀ ਪੋਜੀਸ਼ਨ ਵੀ ਪਤਾ ਲੱਗ ਜਾਂਦੀ ਆ। ਇਸ ਕਰਕੇ ਫੌਜ ਦੀ ਟੈਕਟਿਕ ਹੁੰਦੀ ਆ। ਤੇ ਜਿਹੜੀ 1 ਜੂਨ ਦੀ ਘਟਨਾ ਸੀ ਉਹ ਇਸੇ ਕਰਕੇ ਵਰਤਾਈ ਗਈ ਸੀ ਵੀ ਸਿੰਘ ਤੱਤੇ ਹੋ ਕੇ ਜਵਾਬੀ ਕਾਰਵਾਈ ਕਰਨਗੇ, ਇਹਨਾਂ ਦੇ ਹਥਿਆਰਾਂ ਦਾ ਪਤਾ ਲੱਗ ਜੇ ਤੇ ਕਿੱਥੇ ਕਿੱਥੇ ਇਹ ਬੈਠੇ ਇਹਨਾਂ ਦੀ ਛਾਣਬੀਣ ਹੋ ਜਾਏ। ਪਰ ਜਨਰਲ ਸਵੇਗ ਸਿੰਘ ਤੇ ਸੰਤਾਂ ਦੀ ਸੂਝ-ਬੂਝ ਨੇ ਫੌਜ ਦਾ ਇਹ ਮਨਸੂਬਾ ਫੇਲ ਕਰ ਦਿੱਤਾ। ਉਹਨਾਂ ਨੂੰ 2 ਜੂਨ ਤੱਕ ਪਤਾ ਹੀ ਨਹੀਂ ਲੱਗਾ ਵੀ ਮੋਰਚਾ ਕਿੱਥੇ ਕਿੱਥੇ, ਸਿੰਘ ਕਿੱਥੇ ਬੈਠੇ ਆ ਤੇ ਅੱਗੋਂ ਹਥਿਆਰ ਕਿਹੜੇ ਕਿਹੜੇ ਆ। ਠੀਕ ਹੈ ਜੀ। 2 ਜੂਨ ਨੂੰ ਜਦੋਂ ਅਨਾਉਂਸਮੈਂਟ ਹੁੰਦੀ, ਸਾਰਾ ਦਿਨ ਕਲਫੂ ਲੱਗਾ ਰਹਿੰਦਾ, ਸੰਤਾਂ ਕੋ ਸੰਗਤਾਂ ਆਉਂਦੀਆਂ ਮਿਲਦੀਆਂ, ਸਾਰੀ ਗੱਲਬਾਤ ਹੁੰਦੀ ਆ। ਤੇ ਸ਼ਾਮ ਨੂੰ 8 ਵਜੇ ਜਿਹੜਾ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਨਾ ਸੀ, ਉਹਦਾ ਸਮਾਂ 3 ਵਾਰੀ 5 ਮਿੰਟ ਕਰਕੇ ਜਿਹੜਾ ਬਦਲਿਆ ਜਾਂਦਾ, ਤੇ ਜਿਹਦੇ ਤੋਂ ਇਹ ਅਹਿਸਾਸ ਕੀਤਾ ਜਾ ਸਕਦਾ ਵੀ ਪ੍ਰਧਾਨ ਮੰਤਰੀ ਵੀ ਝਿਜਕਦੀ ਸੀ, ਡਬਲ ਮਾਈਂਡਡ ਸੀ, ਵੀ ਮੈਂ ਹੁਣ ਕੀ ਬੋਲਾਂ ਤੇ ਕੀ ਨਾ ਬੋਲਾਂ। ਹੋ ਸਕਦਾ ਆਪਣੇ ਅਹਿਲਕਾਰਾਂ ਨਾਲ ਗੱਲਬਾਤ ਸਾਂਝੀ ਕਰਦੀ ਹੋਵੇ। ਤੇ 8 ਵਜਣ ਤੋਂ ਬਾਅਦ ਜਦੋਂ 8:45 ਤੱਕ ਦਾ ਸਮਾਂ ਹੋ ਗਿਆ ਤੇ ਉਦੋਂ ਬਾਅਦ ਫਿਰ ਪ੍ਰਧਾਨ ਮੰਤਰੀ ਸੰਬੋਧਨ ਹੋਈ ਤੇ ਉਹਨੇ ਇਹ ਬਿਆਨ ਦਿੱਤਾ, ਕਹਿੰਦੀ ਵੀ ਸਿੱਖਾਂ ਦੀ ਭਾਰਤ ਦੇ ਵਿੱਚ ਬਹੁਤ ਵੱਡੀ ਦੇਣ ਆ, ਸਿੱਖ ਭਾਰਤ ਦੇ ਇੱਕ ਨਿਖੜਵਾਂ ਅੰਗ ਆ, ਕੁਰਬਾਨੀਆਂ ਇਹਨਾਂ ਨੇ ਬਹੁਤ ਕੀਤੀਆਂ, ਪਰ ਤੁਹਾਡੇ ਵਿੱਚੋਂ ਹੀ ਕੁਝ ਮੁੱਠੀ ਪਰ ਅੱਤਵਾਦੀ ਆ ਜਿਹੜੇ ਤੁਹਾਡੀ ਛਵੀ ਖਰਾਬ ਕਰ ਰਹੇ ਆ, ਜਿਹੜੀ ਸਿੱਖਾਂ ਨੂੰ ਨੁਕਸਾਨ ਪਹੁੰਚਾ ਰਹੇ ਆ। ਤੇ ਹੁਣ ਮੇਰੇ ਕੋਲ ਕੋਈ ਹੱਲ ਨਹੀਂ ਰਹਿ ਗਿਆ ਇਹਨਾਂ ਅੱਤਵਾਦੀਆਂ ਨੂੰ ਮਾਰਨ ਤੋਂ ਬਗੈਰ। ਸੋ ਉਹ ਇੱਕ ਪ੍ਰੀ ਪਲਾਨਡ ਸੁਨੇਹਾ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਵੀ ਅਸੀਂ ਭਾਰਤ ਦੇ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਵੀ ਦਰਬਾਰ ਸਾਹਿਬ ਤੇ ਕੀਤਾ ਹੋਇਆ ਹਮਲਾ ਤੁਹਾਡੀ ਰਾਖੀ ਵਾਸਤੇ ਆ, ਤੁਹਾਨੂੰ ਉਹਨਾਂ ਅੱਤਵਾਦੀਆਂ ਤੋਂ ਬਚਾਉਣ ਵਾਸਤੇ ਆ, ਨਾ ਕਿ ਕਿਸੇ ਧਾਰਮਿਕ ਸਥਾਨ ਨੂੰ ਅਸੀਂ ਢਾਉਣ ਲੱਗੇ।
ਮਤਲਬ ਜਸਟੀਫਾਈਡ ਕਰਨਾ ਚਾਹੁੰਦੀ ਸੀ ਉਹ ਇਹ ਜੀ, ਕਹਿ ਕੇ ਜਿਹੜੀ ਨੀਤੀ ਅੱਜ ਵੀ ਚਲਾਈ ਜਾਂਦੀ ਜੀ ਹੈ ਅੱਜ ਵੀ ਉਹ ਮਾੜੇ ਨੇ ਜਿਹੜੇ ਜੀ। ਆਹ ਚੀਜ਼ ਕਹਿੰਦੇ ਨੇ ਉਹ ਮਾੜੇ, ਤੁਸੀਂ ਨਹੀਂ ਮਾੜੇ। ਤੇ ਉੱਥੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ, ਰਿਕਾਰਡਡ ਆ ਜੀ ਇਹ ਸਾਰੀ ਚੀਜ਼, ਵੀ ਮੈਂ ਬਹੁਤ ਵਾਰੀ ਇਹਨਾਂ ਨਾਲ ਗੱਲ ਕਰਨੀ ਚਾਹੀ, ਇਹਨਾਂ ਅੱਤਵਾਦੀਆਂ ਦੀਆਂ ਬਹੁਤ ਮੰਗਾਂ ਸੀਗੀਆਂ ਜਿਹੜੀਆਂ ਮੈਂ ਮੰਨ ਲਈਆਂ, ਪਰ ਇਹ ਹਰੇਕ ਵਾਰੀ ਹਰ ਮੀਟਿੰਗ 'ਚ ਆਪਣੀਆਂ ਮੰਗਾਂ ਬਦਲ ਲੈਂਦੇ ਆ। ਅੱਛਾ, ਇਸ ਕਰਕੇ ਇਹਨਾਂ ਦੇ ਨਾਲ ਗੱਲ ਨਹੀਂ ਹੋ ਰਹੀ, ਤੇ ਹੁਣ ਭਾਰਤ ਸਰਕਾਰ ਇਹਨਾਂ ਅੱਤਵਾਦੀਆਂ ਦੀ ਕੋਈ ਗੱਲ ਨਹੀਂ ਮੰਨੂਗੀ ਤੇ ਅਸੀਂ ਇਹਨਾਂ ਨੂੰ ਜਿਹੜਾ ਆ ਇੱਥੋਂ ਖਤਮ ਕਰਾਂਗੇ। ਸੋ ਇੱਕ ਮਾਹੌਲ ਇਹ ਸਿਰਜਿਆ ਗਿਆ ਵੀ ਭਾਰਤੀ ਫੌਜ ਦੀ ਕਾਰਵਾਈ ਨੂੰ ਲੋਕੀ ਕਹਿਣ ਵੀ ਹੁਣ ਸਰਕਾਰ ਕੋਲ ਕੋਈ ਚਾਰਾ ਹੀ ਨਹੀਂ ਹੈ ਤੇ ਸੰਤਾਂ ਨੂੰ ਜਿਹੜਾ ਗਲਤ ਸਮਝਿਆ ਜਾਵੇ। ਤੇ ਉਦੋਂ ਭਾਈ ਦਲਜੀਤ ਸਿੰਘ ਜੀ ਇੱਕ ਬਹੁਤ ਵੱਡਾ ਫੈਕਟਰ ਸੀਗਾ ਵੀ ਸਾਡੇ ਕੋਲ ਅੱਜ ਵਾਂਗੂ ਫੋਨ ਨਹੀਂ ਸੀਗੇ, ਘਰਾਂ 'ਚ ਇੰਟਰਨੈਟ ਨਹੀਂ ਸੀਗੇ, ਸਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀਗਾ। ਜੋ ਟੈਲੀਵਿਜ਼ਨ ਤੇ ਆ ਗਿਆ ਜਾਂ ਜੋ ਅਖਬਾਰ 'ਚ ਛਪ ਗਿਆ ਉਹੀ ਸੱਚ ਸੀ। ਉਦੋਂ ਬਗੈਰ ਜੇਕਰ ਕੋਈ ਉੱਥੇ ਦਾ ਗਵਾਹ ਹੈਗਾ ਕਿਸੇ ਨੂੰ ਜਾ ਕੇ ਦੱਸੇ ਤਾਂ ਦੱਸੇ, ਨਹੀਂ ਤਾਂ ਕਿਸੇ ਨੂੰ ਕੋਈ ਗੱਲ ਨਹੀਂ ਸੀ ਪਤਾ ਲੱਗਦੀ। ਤੇ ਆ ਜਿਹੜੇ ਮੇਨ ਮਾਧਿਅਮ ਸੀਗੇ ਉਹਨਾਂ ਦੇ ਹੱਥ ਵਿੱਚ, ਇਹ ਉਹਨਾਂ ਦੇ ਹੱਥ ਦੇ ਵਿੱਚ ਸੀ। ਤੇ ਉਦੋਂ ਪਹਿਲਾਂ ਭਾਈ ਦਲਜੀਤ ਸਿੰਘ ਜੀ ਜਦੋਂ 1 ਜੂਨ ਨੂੰ ਗੋਲੀ ਚੱਲੀ ਆ ਤੇ ਉਸੇ ਦਿਨ ਸ਼ਾਮ ਨੂੰ ਇੱਥੋਂ ਦੀ ਅੰਗਰੇਜ਼ ਅਖਬਾਰ ਦੇ ਪੱਤਰਕਾਰ ਤੇ ਭਾਰਤ ਸਰਕਾਰ ਦੀਆਂ ਅਖਬਾਰਾਂ ਦੇ ਪੱਤਰਕਾਰ ਡੀਸੀ ਤੋਂ ਪਰਮਿਟ ਲੈ ਕੇ ਉੱਥੇ ਪਹੁੰਚੇ ਆ। ਉਹਨਾਂ ਨੇ ਜਾ ਕੇ ਦੇਖਿਆ ਵੀ ਅੱਜ ਇੱਥੇ ਗੋਲੀਬਾਰੀ ਹੋਈ ਆ ਤੇ ਕੀ ਹੋਇਆ। ਸ਼੍ਰੋਮਣੀ ਕਮੇਟੀ ਨਾਲ ਗੱਲ ਕੀਤੀ, ਅਕਾਲੀ ਦਲ ਦੇ ਬੰਦਿਆਂ ਨਾਲ ਗੱਲ ਕੀਤੀ, ਉਹਨਾਂ ਨੇ ਸਾਰਿਆਂ ਨੇ ਆਪਣਾ ਆਪਣਾ ਪ੍ਰਤੀਕਰਮ ਦਿੱਤਾ। ਤੇ ਅੰਗਰੇਜ਼ੀ ਅਖਬਾਰ ਦੇ ਐਡੀਟਰ ਦਾ ਮੈਨੂੰ ਨਾਂ ਭੁੱਲ ਗਿਆ, ਉਹਨੇ ਉਸ ਰਿਪੋਰਟ 'ਚ ਲਿਖਿਆ ਵੀ ਉਸ ਦਿਨ 32 ਗੋਲੀਆਂ ਦਰਬਾਰ ਸਾਹਿਬ ਦੇ ਗੁੰਬਦ 'ਚ ਵੱਜੀਆਂ। ਅੱਛਾ, ਸੋਨੇ ਦੇ ਵਿੱਚ ਦੀ, ਜਿਨ੍ਹਾਂ ਦੇ ਵਿੱਚ ਦੀ ਸਰਾਖਾਂ 'ਚ ਧੁੱਪ ਆਉਂਦੀ ਅੰਦਰ ਦੀਦੀ ਸੀ। ਅੱਛਾ ਜੀ। ਤੇ ਸਿੰਘਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਵਾਬੀ। ਇਹ ਉਹਨਾਂ ਦੇ ਬਿਆਨ ਆ। ਤੇ ਉਹਨਾਂ ਨੇ ਜਾ ਕੇ ਜਦੋਂ ਸੰਤਾਂ ਨੂੰ ਪੁੱਛਿਆ ਤੇ ਸੰਤ ਕਹਿੰਦੇ ਭਾਈ ਉਡੀਕ ਕਰੋ, ਸਮਾਂ ਆਊਗਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਕੀ ਹੋਣਾ ਤੇ ਕੀ ਨਹੀਂ। ਸੰਤਾਂ ਨੇ ਕੋਈ ਗੱਲ ਨਹੀਂ ਕੀਤੀ। ਕਹਿੰਦੇ ਭਾਈ ਪਹਿਲਾਂ ਜਦੋਂ ਤੁਹਾਨੂੰ ਦੱਸੀਦਾ ਤੇ ਤੁਸੀਂ ਸਾਡਾ ਬਿਆਨ ਲਾਉਂਦੇ ਨਹੀਂ, ਜੇ ਲਾਉਂਦੇ ਹੋ ਤੇ ਆਪਣੀ ਮਰਜ਼ੀ ਨਾਲ ਲਾਉਂਦੇ ਹੋ, ਹੁਣ ਤੁਸੀਂ ਅਟਕ ਲਓ, ਜੋ ਹੋਣਾ ਤੁਹਾਨੂੰ ਲੱਗ ਹੀ ਜਾਣਾ ਪਤਾ। ਇੱਕ ਸੰਤ ਜਰਨੈਲ ਸਿੰਘ ਦੀ ਸਪੀਚ ਹੈ YouTube ਦੇ ਉੱਤੇ ਕਿ ਇਹਨਾਂ ਹਕੂਮਤਾਂ ਨੇ ਅਬਦਾਲੀ ਜਾਂ ਉਸ ਸਮੇਂ ਦੇ ਜਿਹੜੇ ਮੁਗਲ ਰਾਜ ਸੀ ਉਹਨਾਂ ਨੂੰ ਵੀ ਮਾਤ ਪਾ ਦਿੱਤੀ ਹੈ। ਸੋ ਅੱਜ ਤੋਂ ਫਿਰ ਜਿਹੜਾ ਹੈ ਉਹ ਕਹਿੰਦੇ ਕਿ ਹੋਰ ਚੀਜ਼ਾਂ ਜਿਹੜੀਆਂ ਹੈ ਆਪਾਂ ਉਹਦੇ ਉੱਤੇ ਹੁਣ ਸੋਚਣਾ, ਨਵਾਂ ਪਲਾਨ, ਯਾਨੀ ਕਿ ਇਹ ਜਿਹੜੀ ਸੀ ਮਤਲਬ ਅਖੀਰਲੀ ਗੱਲਬਾਤ ਦੱਸੀ ਜਾਂਦੀ ਹੈ। ਇਹਦੇ ਬਾਰੇ ਤੁਹਾਡੇ ਕੋਲ ਜਾਣਕਾਰੀ? ਬਿਲਕੁਲ, ਸੰਤ ਹਮੇਸ਼ਾ ਹੀ ਕਹਿੰਦੇ ਰਹੇ ਭਾਈ ਦਲਜੀਤ ਸਿੰਘ ਜੀ, ਕਿਉਂਕਿ ਸੰਤਾਂ ਨੂੰ ਇਸ ਗੱਲ ਦਾ ਪਤਾ ਸੀ, ਭਾਰਤ ਸਰਕਾਰ ਦੇ ਮਨਸੂਬਿਆਂ ਦਾ ਪਤਾ ਸੀ। ਤੇ ਮੈਂ ਇਸ ਗੱਲ ਨੂੰ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਸੰਤ ਕੋਈ ਐਸੇ ਅਵੇਸਲੇ ਨਹੀਂ ਸੀ। ਜਿਵੇਂ ਆਪਾਂ ਵੀ ਵਿਚਰਦੇ ਆ, ਆਪਣੇ ਸੂਈਏ ਵੀ ਹੁੰਦੇ ਆ, ਆਪਣੇ ਸਿੰਘ ਵੀ ਹੁੰਦੇ ਆ, ਤੇ ਮਹਾਰਾਜ ਹੀਲਾ ਵਸੀਲਾ ਬਣਾ ਦਿੰਦਾ ਹੁੰਦਾ। ਮਹਾਂਪੁਰਖ ਤੇ ਅੰਤਰਜਾਮੀ ਤੇ ਹੈ ਹੀ ਸੀ, ਪਰ ਬਹੁਤ ਸਾਰੇ ਸਿੰਘ ਵੀ ਸੀਗੇ ਜਿਹੜੇ ਨਾਲ ਸਪੋਰਟ ਕਰਦੇ ਸੀ ਤੇ ਸਮੇਂ-ਸਮੇਂ 'ਚ ਗੱਲਾਂ ਕਰਦੇ ਸੀ। ਕਿਉਂਕਿ ਜਦੋਂ ਆਪਾਂ ਲੜੀਵਾਰ ਪ੍ਰੋਗਰਾਮ ਕਰਨੇ, ਬੜੇ ਸਰਕਾਰੀ ਅਫਸਰ ਆ ਜਿਹੜੇ ਨੌਕਰੀ ਭਾਵੇਂ ਸਰਕਾਰ ਦੀ ਕਰਦੇ ਸੀ ਪਰ ਦਰਦ ਰੱਖਦੇ ਸੀ। ਬਿਲਕੁਲ ਕੌਮ ਦਾ, ਤੇ ਉਹ ਗੱਲ ਦੱਸਦੇ ਵੀ ਸੀ ਵੀ ਸੰਤ ਜੀ ਆਹ ਕੰਮ ਹੋਣ ਲੱਗਾ, ਵੀ ਆਹ ਕੰਮ ਹੋ ਚੱਲਿਆ। ਸੋ ਇਹ ਚੀਜ਼ਾਂ ਸਾਰੇ ਫੈਕਟਰ ਇਕੱਠੇ ਹੁੰਦੇ, ਆਪਾਂ ਡਿਨਾਈ ਨਹੀਂ ਕਰ ਸਕਦੇ। ਸੋ 2 ਜੂਨ ਨੂੰ ਭਾਈ ਦਲਜੀਤ ਸਿੰਘ ਜੀ ਇਸੇ ਤਰ੍ਹਾਂ ਸਾਰਾ ਦਿਨ ਕਰਫਿਊ ਲੱਗਾ ਰਿਹਾ, ਸੰਗਤਾਂ ਆਉਂਦੀਆਂ ਰਹੀਆਂ, ਸੰਤਾਂ ਨੂੰ ਮਿਲਦੀਆਂ ਰਹੀਆਂ। ਤੇ ਪ੍ਰਧਾਨ ਮੰਤਰੀ ਨੇ ਸ਼ਾਮ ਨੂੰ ਇਹ ਬਿਆਨ ਦਿੱਤਾ ਵੀ ਹੁਣ ਭਾਰਤ ਨੂੰ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਉਹਨੂੰ ਫੌਜ ਦੇ ਹਵਾਲੇ ਕੀਤਾ ਜਾਣਾ ਤੇ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ। ਤੇ ਤੁਸੀਂ ਹੈਰਾਨ ਹੋਵੋਗੇ ਵੀ ਜਿੰਨੇ ਟੈਲੀਫੋਨ ਉਹ ਬੰਦ ਕਰ ਦਿੱਤੇ ਗਏ, ਟੈਲੀਵਿਜ਼ਨ ਮਾਧਿਅਮ ਬੰਦ ਕਰ ਦਿੱਤਾ ਗਿਆ, ਜਿਹੜਾ ਰਾਸ਼ਨ ਪਾਣੀ ਵਾਸਤੇ ਆਵਾਜਾਈ ਉਹ ਬੰਦ ਕਰ ਦਿੱਤੀ ਗਈ। ਪੰਜਾਬ ਨੂੰ ਟੋਟਲ ਕੱਟ ਆਫ ਕਰ ਦਿੱਤਾ ਗਿਆ, ਹਵਾਈ ਉਡਾਨਾਂ, ਬੱਸ ਅੱਡੇ, ਰੇਲਵੇ ਸਟੇਸ਼ਨ। ਹੁਣ ਜੇਕਰ ਸਰਕਾਰ ਕੇਵਲ ਸੰਤਾਂ ਨੂੰ ਫੜਨਾ ਚਾਹੁੰਦੀ ਸੀ ਜਾਂ ਸੰਤਾਂ ਨੂੰ ਅਰੈਸਟ ਕਰਨਾ ਚਾਹੁੰਦੀ ਸੀ ਤੇ ਉਦੋਂ ਪਹਿਲਾਂ ਆਪਾਂ ਜਦੋਂ ਲੜੀਵਾਰ ਪ੍ਰੋਗਰਾਮ ਕਰਨੇ ਆ ਆਪਾਂ ਤੁਹਾਨੂੰ ਦੱਸਾਂਗੇ ਵੀ ਮਹਿਤਾ ਚੌਂਕ ਤੋਂ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਆ। ਬਿਲਕੁਲ, ਸੰਤ ਕੋਰਟ 'ਚ ਜਾਂਦੇ ਆ, ਜੱਜ ਨੂੰ ਅੱਗੋਂ ਗੱਲ ਨਹੀਂ ਆਉਂਦੀ ਤੇ ਫਿਰ ਉਦੋਂ ਹੀ ਸੰਤਾਂ ਨੂੰ ਅਰੈਸਟ ਕਰ ਲੈਂਦੇ, ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ। ਤੇ ਇਹ ਫਿਰ ਛੱਡਿਆ ਕਾਹਤੋਂ ਜੇ ਸੰਤਾਂ ਖਿਲਾਫ ਕੋਈ ਸਬੂਤ ਸੀ ਨਾ। ਇਹ ਕੇਵਲ ਸਾਰੀਆਂ ਗੱਲਾਂ ਮਨ ਘੜਤ ਆ ਸਰਕਾਰ ਦੀਆਂ। ਤੇ ਇਸ ਤਰ੍ਹਾਂ ਫਿਰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਸਾਰੇ ਦਰਬਾਰ ਸਾਹਿਬ ਨੂੰ ਇਸ ਤਰ੍ਹਾਂ ਦੁਨੀਆ ਨਾਲੋਂ ਕੱਟ ਦਿੱਤਾ ਜਾਂਦਾ ਵੀ ਕਿਸੇ ਨੂੰ ਪਤਾ ਨਾ ਲੱਗੇ ਕੀ ਹੋਣਾ ਤੇ ਕੀ ਨਹੀਂ ਹੋਣਾ। ਸੋ 1 ਤੇ 2 ਜੂਨ ਦਾ ਵਰਤਾਰਾ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ। ਇਸ ਤੋਂ ਇਲਾਵਾ ਤੁਸੀਂ ਕੁਝ ਪੁੱਛਣਾ ਤੇ ਪੁੱਛ ਸਕਦੇ ਆ, ਬਾਕੀ ਆਪਾਂ ਅਗਲੀ ਕਿਸ਼ਤ ਦੇ ਵਿੱਚ ਫਿਰ ਸਾਂਝ ਕਰ ਲਵਾਂਗੇ। ਜੀ ਬਿਲਕੁਲ ਲੜੀਵਾਰ ਪ੍ਰੋਗਰਾਮ ਨੇ ਇਹ ਸਾਡੇ 1 ਤੇ 2 ਜੂਨ, ਜਿੰਨਾ ਆਪਾਂ ਸੰਖੇਪ ਦੇ ਵਿੱਚ ਰਹਿ ਕੇ ਤੁਹਾਨੂੰ ਘਟਨਾਵਾਂ ਜਿਹੜੀਆਂ ਨੇ ਉਹ ਦੱਸੀਆਂ ਨੇ। ਉਸ ਤੋਂ ਬਾਅਦ 3 ਜੂਨ, 4 ਜੂਨ, 5 ਫਿਰ 6 ਜੂਨ, ਇਹ ਸਾਰਾ ਜਿਹੜਾ ਹੈ ਤੁਸੀਂ ਪ੍ਰਾਈਡ ਪੰਜਾਬ ਟੀਵੀ ਦੇ ਜ਼ਰੀਏ ਦੇਖਣਾ ਹੈ। ਸੋ ਅਗਲੀ ਜਿਹੜੀ ਇਹਨਾਂ ਘਟਨਾਵਾਂ, ਜੋ ਘਟਨਾਕ੍ਰਮ ਹੋਇਆ ਉਹ ਦੇਖਣ ਦੇ ਲਈ ਪ੍ਰਾਈਡ ਪੰਜਾਬ ਟੀਵੀ ਦੇ ਨਾਲ ਜੁੜੇ ਰਹੋ। ਬਾਬਾ ਬਘੇਲ ਸਿੰਘ ਹੋਰਾਂ ਦੇ ਨਾਲ ਅਸੀਂ ਫਿਰ ਤੋਂ ਜੁੜ ਕੇ ਅਗਲੀ ਕਿਸ਼ਤ ਦੇ ਵਿੱਚ 3 ਜੂਨ ਤੋਂ ਆਪਾਂ ਸ਼ੁਰੂਆਤ ਕਰਾਂਗੇ। ਕਿਵੇਂ ਸ਼ਹੀਦੀਆਂ ਹੁੰਦੀਆਂ, ਕਿਵੇਂ ਫਿਰ ਫੌਜ ਨੂੰ ਮਾਤ ਪਾਈ ਜਾਂਦੀ ਹੈ, ਜਿਹੜੀ ਉਸ ਵੇਲੇ ਮੰਨੀ ਜਾਂਦੀ ਸੀ ਕਿ 4ਥੇ ਨੰਬਰ ਦੀ ਫੌਜ ਹੈ ਦੁਨੀਆ ਦੇ ਵਿੱਚੋਂ। ਉਸ ਤੋਂ ਬਾਅਦ ਰਸ਼ੀਆ, ਇੰਗਲੈਂਡ ਵਰਗੀਆਂ ਹਕੂਮਤਾਂ ਵੀ ਉਹਨਾਂ ਦਾ ਸਾਥ ਦੇ ਰਹੀਆਂ। ਸੋ ਕਿਵੇਂ ਮੁਕਾਬਲਾ ਹੋਇਆ ਅਗਲੀ ਕਿਸ਼ਤ ਦੇ ਵਿੱਚ ਜ਼ਰੂਰ ਸੁਣਿਓ। ਤਦ ਤੱਕ ਲਈ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ।